ਤੁਹਾਡਾ ਸਭ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪੀਟੀ ਮੀਡੀਆ। ਮੈਂ ਹਾਂ ਮਦਨਦੀਪ, ਮੇਰੇ ਨਾਲ ਨੇ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ, ਮੁੱਦੇ ਬਹੁਤ ਅਹਿਮ ਨੇ, ਖਾਸ ਕਰਕੇ ਕਾਂਗਰਸ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਕਾਂਗਰਸ ਸਬਕ ਸਿੱਖੇਗੀ। ਚੋਣਾਂ ਦੇ ਦੌਰਾਨ ਜਿਹੜੀ ਫੁੱਟ ਆ, ਉਹਦੇ ਫੁੱਟ ਦੇ ਕਾਰਨ ਉਹਨਾਂ ਦੀ ਸਰਕਾਰ ਵੀ ਨਹੀਂ ਬਣ ਸਕੀ, ਔਰ ਉਸ ਤੋਂ ਬਾਅਦ ਲੱਗਦਾ ਸੀ ਕਿ ਇਹ ਸਾਰਾ ਅਮਲ ਜਿਹੜਾ ਚੋਣਾਂ ਦੌਰਾਨ ਜੋ ਕੁਝ ਵਾਪਰਿਆ ਉਹਦੇ ਤੋਂ ਕੁਝ ਸਿੱਖ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰੇਗੀ ਪਾਰਟੀ। परंतु हुण भी जो कुछ हो रहा है ये चंगा नहीं हो रहा, तो पंजाब लिए भी चंगा नहीं, क्योंकि पंजाब नूं एक मजबूत विरोधी धिर की लोड़ सी जिहड़ी कि आम आदमी पार्टी की सरकार वेले कांग्रेस ने निभानी सी। जदों कांग्रेस की सरकार सी तो आम आदमी पार्टी ने विरोधी धिर की भूमिका निभानी सी। उदों आम आदमी पार्टी विरोधी धिर की उस रूप से भूमिका नहीं निभा सकती सी जिहड़े रूप से निभानी चाहिए सी। कि अज कांग्रेस के हालात उदों भी बदतर होए पे आ। हालांकि लगभग देखो जे असीं गल करिए आम आदमी पार्टी ने भी इन्ने को MLA मिले सी, बाद च भावें बहुत थोड़े उहदे पल्ले रह गए, तो कांग्रेस ने भी उन्ने को मिले है। हालात इहदे भी माड़े है, हालात उहदे भी माड़े सी। और लगातार दो सरकारां वेले विरोधी धिर मजबूत ना मिलनी पंजाब नूं जिन्ना वड्डा नुकसान पिछले 5 साल दौरान होया, किते अगले 5 साल भी उही नुकसान का सामना करना पै जाए पंजाब नूं, एक खतरा बनया होया है। इहदे ते गल करांगे। ਜਿਹੜੀਆਂ ਨਵੀਆਂ ਨਿਯੁਕਤੀਆਂ ਹੋਈਆਂ, ਨਵੇਂ ਕਾਂਗਰਸ ਦੇ ਪ੍ਰਧਾਨ ਬਣਾਏ ਗਏ ਆ, ਨਵੇਂ ਜਿਹੜੇ ਹੈਗੇ ਆ ਉਹ ਵਿਰੋਧੀ ਧਿਰ ਦੇ ਲੀਡਰ ਬਣਾਏ ਗਏ ਆ। ਲੇਕਿਨ ਸੁਨੀਲ ਜਾਖੜ ਦੀ ਗੱਲ ਕਰਾਂਗੇ। ਸੁਨੀਲ ਜਾਖੜ ਦੇ ਉੱਤੇ ਇਸ ਵੇਲੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ। ਮੈਂ ਮਜ਼ਬੂਤ ਧਿਰ ਦੀ ਇਸ ਕਰਕੇ ਗੱਲ ਕਰ ਰਿਹਾ ਸੀ, ਵਿਰੋਧੀ ਧਿਰ ਮਜ਼ਬੂਤ ਹੋਣ ਦੀ ਇਸ ਕਰਕੇ ਗੱਲ ਕਰ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਮੌਜੂਦਾ ਜੇ ਅਸੀਂ ਦੌਰ 'ਚ ਦੇਖੀਏ, ਸਰਕਾਰ ਬਣਦੇ ਸਾਰ ਜਿਹੜੇ ਸਵਾਲ ਪਾਰਟੀ ਦੇ ਅੰਦਰੋਂ ਉੱਠ ਰਹੇ ਆ ਉਹ ਵਿਰੋਧੀ ਧਿਰ ਨੂੰ ਉਠਾਉਣੇ ਚਾਹੀਦੇ ਸੀ। ਪਰ ਇਸ ਵੇਲੇ ਜਿਵੇਂ ਪਿਛਲੀ ਵਾਰ ਕਾਂਗਰਸ ਵੇਲੇ ਹੁੰਦਾ ਰਿਹਾ, ਕਾਂਗਰਸ ਆਪ ਹੀ ਵਿਰੋਧੀ ਧਿਰ ਸੀ ਤੇ ਆਪ ਦੀ ਸਰਕਾਰ ਸੀ, ਆਮ ਆਦਮੀ ਪਾਰਟੀ ਦੇ ਵਿੱਚ ਵੀ ਉਹੀ ਕੁਝ ਵਾਪਰ ਰਿਹਾ ਆ। ਮੈਂ ਕਰ ਰਿਹਾ ਗੱਲ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ। ਉਹਨਾਂ ਨੇ ਜਿਹੜੀ ਇੱਕ CM ਨੂੰ ਚਿੱਠੀ ਲਿਖੀ ਹੈ, ਉਹਨਾਂ ਨੇ ਲਿਖਿਆ ਹੈ ਕਿ ਜਿਹੜੀਆਂ ਪੁਲਿਸ ਅਧਿਕਾਰੀ ਕੁਝ ਇਸ ਤਰ੍ਹਾਂ ਦੇ ਪੁਲਿਸ ਅਧਿਕਾਰੀ ਹੈਗੇ ਜਿਨ੍ਹਾਂ ਦੀ ਨਿਯੁਕਤੀਆਂ ਹੋਈਆਂ, ਉਹ ਪੁਲਿਸ ਅਧਿਕਾਰੀ ਬੇਅਦਬੀਆਂ ਦੇ ਮਾਮਲੇ 'ਚ, ਬਰਗਾੜੀ ਕਾਂਡ ਦੇ ਮਾਮਲੇ ਵਿੱਚ ਉਹ ਦੋਸ਼ੀ ਨੇ, ਜ਼ਿੰਮੇਵਾਰ ਨੇ, ਦੋਸ਼ੀ ਨਹੀਂ ਜ਼ਿੰਮੇਵਾਰ ਨੇ। ਉਹਨਾਂ ਨੇ ਜ਼ਿੰਮੇਵਾਰ ਠਹਿਰਾਇਆ ਹੈ। ਉਹਨਾਂ ਨੇ ਕਿਹਾ ਕਿ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਬੇਅਦਬੀ ਦਾ ਜਿਹੜਾ ਇਨਸਾਫ ਨਹੀਂ ਮਿਲ ਰਿਹਾ ਅੱਜ, ਜਾਂ ਬਰਗਾੜੀ ਕਾਂਡ ਦਾ ਜਿਹੜਾ ਇਨਸਾਫ ਨਹੀਂ ਮਿਲ ਰਿਹਾ, ਉਹਦੇ 'ਚ ਕਿਤੇ ਨਾ ਕਿਤੇ ਉਹ ਜ਼ਿੰਮੇਵਾਰ ਆ। ਔਰ ਉਹਨੂੰ ਭਗਵੰਤ ਮਾਨ ਹੋਣਾ ਨੇ ਉਹਨਾਂ ਨੂੰ ਜ਼ਿੰਮੇਵਾਰੀਆਂ ਵੱਡੀਆਂ ਨਿਯੁਕਤੀਆਂ ਦੇ ਦਿੱਤੀਆਂ ਆ, ਉਹਦੇ ਤੇ ਸਵਾਲ ਉਠਾਏ ਆ ਸਾਬਕਾ IPS ਅਫਸਰ ਨੇ ਕੁੰਵਰ ਵਿਜੇ ਪ੍ਰਤਾਪ ਹੋਣੀ, ਜਿਨ੍ਹਾਂ ਨੇ ਇਸ ਮਾਮਲੇ ਦੀ ਛਾਣਬੀਣ ਵੀ ਕੀਤੀ ਸੀ। ਇਹਦੇ ਤੇ ਵੀ ਗੱਲ ਕਰਾਂਗੇ। ਪਰ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਾਂਗਰਸ ਦੇ ਵਿੱਚ ਜੋ ਕੁਝ ਹੋ ਰਿਹਾ ਹੈ। ਮਨਪ੍ਰੀਤ ਜੀ, ਜੋ ਕਾਂਗਰਸ ਦੀ ਇਸ ਵੇਲੇ ਸਥਿਤੀ ਹੈ, ਜਿਹੜੀਆਂ ਨਿਯੁਕਤੀਆਂ ਹੋਈਆਂ ਨੇ, ਉਹਨਾਂ ਨਿਯੁਕਤੀਆਂ ਨੇ ਜਿਹੜੇ ਇਹਦੇ ਯੰਗ ਜਿਹੜੇ ਲੀਡਰ ਨੇ, ਜਿਹੜੇ ਆਪ ਦਾ ਭਵਿੱਖ ਵੀ ਜਿਹੜਾ ਹੈ ਉਹਨੂੰ ਦਾਅ ਤੇ ਲਾ ਕੇ ਇਹਦੇ ਵਿੱਚ ਸ਼ਾਮਲ ਹੋਏ ਸੀ, ਉਹਨਾਂ ਦਾ ਇਸ ਵੇਲੇ ਕੀ ਭਵਿੱਖ ਹੈ, ਉਹਨਾਂ ਦਾ ਕੀ ਬਣੇਗਾ ਜੀ? देखो मदनदीप जी, सब तो पहले तो मैं तुहानूं ये दस्सां 10 मार्च ਦੇ ਨਤੀਜੇ ਆਏ ਹੋਏ ਆ ਤੇ ਅੱਜ ਪੂਰਾ 1 ਮਹੀਨਾ ਹੋ ਗਿਆ ਜੀ ਜੋ ਤੋਂ ਨਤੀਜੇ ਆਏ ਆ। ਤੇ ਉਸ ਤੋਂ ਬਾਅਦ ਵਿਧਾਨ ਸਭਾ ਦੇ 2 ਸੈਸ਼ਨ ਹੋ ਗਏ, ਚਾਹੇ ਹੋਏ ਬਹੁਤ ਛੋਟੇ ਆ। ਪਹਿਲਾਂ 3 ਦਿਨਾਂ ਦਾ ਸੈਸ਼ਨ ਹੋਇਆ ਸੀ ਤੇ ਉਸ ਤੋਂ ਬਾਅਦ 1 ਦਿਨ ਦਾ ਸਪੈਸ਼ਲ ਇਜਲਾਸ ਬੁਲਾਇਆ ਗਿਆ ਸੀ, ਜਿਸ ਨੂੰ ਲੈ ਕੇ ਚੰਡੀਗੜ੍ਹ ਦਾ ਮੁੱਦੇ ਤੇ ਉੱਥੇ ਰੈਜ਼ੋਲੂਸ਼ਨ ਪਾਸ ਹੋਇਆ ਸੀ, ਮਤਾ ਪਾਸ ਹੋਇਆ ਸੀ। ਇਹਨਾਂ ਸਾਰੇ ਦੋਨੇ ਸੈਸ਼ਨ ਦੇ ਦੌਰਾਨ ਕਾਂਗਰਸ ਨੂੰ ਲਗਾਤਾਰ ਸਵਾਲ ਪੁੱਛੇ ਜਾ ਰਹੇ ਸੀ ਕਿ ਤੁਹਾਡਾ LPO ਕੌਣ ਆ, LOP यानी कि लीडर ऑफ दी ऑपोजिशन कौन आ। इसे तरह उन्होंने ये भी सवाल आ रहे थे कि तुसी इस्तीफे तो लै ले प्रधाना दे, पर तुहाडा पंजाब दा प्रधान कौन आ। सो मैनूं लगदा अज कांग्रेस ने अपने नवे प्रधान यानी कि पंजाब दे कांग्रेस दे नवे प्रधान दा नां जिहड़ा लैके या उन्हां नूं अपॉइंट करके ते इसे तरह लीडर ऑफ दी ऑपोजिशन नूं ला के एक घट्टो घट्ट सरकार दा मूंह तो जरूर बंद कीता। ਉਹਨਾਂ ਦੀ ਕਾਰਗੁਜ਼ਾਰੀ ਕੀ ਹੋਊਗੀ ਉਹ ਆਪਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੂਗੀ। ਲੇਕਿਨ ਹਾਂ, ਅਮਰਿੰਦਰ ਸਿੰਘ ਬਰਾੜ ਜਿਨ੍ਹਾਂ ਦਾ ਨਾਮ ਆ, ਜਿਨ੍ਹਾਂ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਕਹਿੰਦੇ ਆ, 44 ਸਾਲਾਂ ਦੇ ਨੇ, ਬੜੇ ਯੰਗ ਨੇ। ਮੈਨੂੰ ਕੋਈ ਆਉਂਦਾ ਨਹੀਂ ਯਾਦ ਕਿ ਜਦੋਂ ਕਾਂਗਰਸ ਨੇ ਇੰਨੇ ਕਿਸੇ ਯੰਗ ਲੀਡਰ ਨੂੰ ਪੰਜਾਬ ਦੀ ਪ੍ਰਧਾਨਗੀ ਦਿੱਤੀ ਹੋਵੇ। ਔਰ ਇਸ ਤੋਂ ਪਹਿਲਾਂ ਤੁਹਾਨੂੰ ਇਹ ਵੀ ਯਾਦ ਹੋਣਾ ਮਦਨਦੀਪ ਜੀ ਕਿ ਇਹ ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ, ਇਹ ਪੂਰੇ ਯੂਥ ਕਾਂਗਰਸ ਦੇ ਆਲ ਇੰਡੀਆ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਨੇ। ਯਾਨੀ ਕਿ ਪਹਿਲਾਂ ਵੀ ਇਹਨਾਂ ਨੇ ਜ਼ਿੰਮੇਵਾਰੀ ਦੀਆਂ ਜਿਹੜੇ ਅਹੁਦੇ ਆ ਉਹ ਨਿਭਾਏ ਆ, ਉੱਥੇ ਰਹੇ ਆ।
ਪਿਛਲੀ ਸਰਕਾਰ ਦੇ ਵਿੱਚ ਟਰਾਂਸਪੋਰਟ ਮੰਤਰੀ ਵੀ ਰਹੇ ਆ, ਤੇ ਮੈਨੂੰ ਯਾਦ ਆ ਕਿਸ ਤਰ੍ਹਾਂ ਇਹ ਬੱਸਾਂ ਜਿਹੜੀਆਂ ਇਲੀਗਲ ਚੱਲਦੀਆਂ ਸੀ ਜਾਂ ਜਿਨ੍ਹਾਂ ਨੇ ਟੈਕਸ ਨਹੀਂ ਸੀ ਭਰੇ ਪੰਜਾਬ ਸਰਕਾਰ ਦੇ, ਉਹਨਾਂ ਨੂੰ ਫੜਨ ਫੜਾਈ ਦੇ ਵਿੱਚ ਇਹਨਾਂ ਦਾ ਬੜਾ ਰੋਲ ਰਿਹਾ। ਔਰ ਇਹ ਵੀ ਦਾਅਵੇ ਕਰਦੇ ਹੁੰਦੇ ਸੀ ਕਿ ਅਸੀਂ ਬੱਸਾਂ ਦਾ ਜਿਹੜਾ ਟੈਕਸ ਆ ਜਾਂ ਰੈਵਨਿਊ ਆ ਉਹ ਬਹੁਤ ਵਧਾ ਦਿੱਤਾ, 50 ਕਰੋੜ ਤੋਂ ਵੀ ਵੱਧ, ਮੈਨੂੰ ਯਾਦ ਆ ਉਦੋਂ ਇਹਨਾਂ ਦੇ ਦਾਅਵੇ ਸੀ ਪ੍ਰੈਸ ਕਾਨਫਰੰਸ ਦੇ। ਖੈਰ ਇਹ ਇਹਨਾਂ ਦੀ ਕਾਰਗੁਜ਼ਾਰੀ ਹੈ, ਲੇਕਿਨ ਹੁਣ ਇਹਨਾਂ ਦਾ ਰੋਲ ਆ ਜਿਹੜਾ ਉਹ ਬਿਲਕੁਲ ਵੱਖਰਾ, ਉਹ ਹੈ ਪਾਰਟੀ ਨੂੰ ਖੜਾ ਕਰਨਾ। ਦੂਸਰੇ ਪਾਸੇ ਜਿਹੜੇ ਦਲ ਦੇ ਜਾਂ ਅੰਦਰਲੇ ਪਾਸੇ LOP ਜਿਹਨੂੰ ਲੀਡਰ ਆਫ ਦੀ ਆਪੋਜੀਸ਼ਨ ਕਿਹਾ ਜਾਂਦਾ ਵਿਧਾਨ ਸਭਾ ਦੇ ਵਿੱਚ, ਉਹ ਪ੍ਰਤਾਪ ਸਿੰਘ ਬਾਜਵਾ ਨੂੰ 65 ਸਾਲਾਂ ਦੀ ਉਮਰ ਆ, ਕਈ ਵਾਰੀ ਉਹ ਮੈਂਬਰ MLA ਰਹੇ ਨੇ, ਕੈਬਨਿਟ ਮੰਤਰੀ ਵੀ ਰਹੇ ਨੇ, ਲੋਕ ਸਭਾ ਦੇ ਵੀ ਮੈਂਬਰ ਰਹੇ ਨੇ, ਇਸ ਤੋਂ ਬਾਅਦ ਰਾਜ ਸਭਾ ਦੇ ਵੀ ਮੈਂਬਰ ਰਹੇ ਨੇ, ਤੇ ਉਸ ਤੋਂ ਬਾਅਦ ਤੁਹਾਨੂੰ ਮਦਨਦੀਪ ਜੀ ਇਹ ਵੀ ਪਤਾ ਕਿ ਇਹਨਾਂ ਨੇ ਕਿਹਾ ਸੀ ਕਿ ਹੁਣ ਮੇਰਾ ਮਨ ਨੈਸ਼ਨਲ ਪੋਲਿਟਿਕਸ ਤੋਂ ਭਰ ਗਿਆ ਤੇ ਮੈਂ ਸੂਬੇ ਦੀ ਰਾਜਨੀਤੀ ਕਰਨਾ ਚਾਹੁੰਦਾ। ਇਹ ਦੋਨਾਂ ਦੀ ਟੀਮ ਆਈ ਆ। ਤੇ ਜੇ ਤੁਸੀਂ ਨਵਜੋਤ ਸਿੰਘ ਸਿੱਧੂ ਜਿਹੜੇ ਸਾਬਕਾ ਪ੍ਰਧਾਨ ਨੇ ਪਿਛਲੇ ਦਿਨਾਂ ਦੇ ਵਿੱਚ ਬੜਾ ਸਰਗਰਮ ਦੇਖਿਆ ਗਿਆ, ਤੇ ਇਸੇ ਤਰ੍ਹਾਂ ਸੁਖਪਾਲ ਸਿੰਘ ਖਹਿਰਾ, ਉਹਨਾਂ ਦਾ ਵੀ ਨਾਂ ਚੱਲ ਰਿਹਾ ਸੀ ਕਿ ਉਹਨਾਂ ਨੂੰ LOP ਯਾਨੀ ਲੀਡਰ ਆਫ ਦੀ ਆਪੋਜੀਸ਼ਨ ਲਾਓ। ਇਹਨਾਂ ਦੋਨਾਂ ਲੀਡਰਸ ਨੇ ਇਹਨਾਂ ਨਵੇਂ ਲੀਡਰਸ ਦਾ ਸਵਾਗਤ ਕੀਤਾ, ਉਹਨਾਂ ਨੇ ਇਹਨਾਂ ਅਪਾਇੰਟਮੈਂਟਸ ਦਾ ਤਹਿ ਦਿਲ ਨਾਲ ਸਵਾਗਤ ਕੀਤਾ, ਤੇ ਉਹ ਚਾਹੁੰਦੇ ਨੇ ਕਿ ਕਾਂਗਰਸ ਦੇ ਵਿੱਚ ਜਿਸ ਤਰ੍ਹਾਂ ਦਾ ਆਪਸ ਦੇ ਵਿੱਚ ਮਤਭੇਦ ਚੱਲ ਰਹੇ ਨੇ, ਟਕਰਾਅ ਚੱਲ ਰਹੇ ਨੇ, ਜਦ ਜੋ ਵਿਤਕਰੇ ਪੈਦਾ ਹੋ ਗਏ ਨੇ, ਉਹਨਾਂ ਨੂੰ ਖਤਮ ਕਰਕੇ ਪਾਰਟੀ ਅੱਗੇ ਵਧੇ। ਇਹ ਤਾਂ ਗੱਲ ਠੀਕ ਆ, ਲੇਕਿਨ ਨਾਲ ਦੀ ਨਾਲ ਤੁਸੀਂ ਇਹ ਦੇਖੋ ਕਿ ਇਹਨਾਂ ਲੋਕਾਂ ਤੇ, ਇਹਨਾਂ ਦੋਨਾਂ, ਚਾਹੇ ਪ੍ਰਤਾਪ ਸਿੰਘ ਬਾਜਵਾ ਹੋਣ ਤੇ ਚਾਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣ, ਇਹਨਾਂ ਉੱਤੇ, ਇਹਨਾਂ ਲਈ ਚੁਣੌਤੀਆਂ ਬਹੁਤ ਵੱਡੀਆਂ, ਕੰਡਿਆਂ ਦਾ ਸਿਰ ਦਾ ਤਾਜ ਆ ਇਹਨਾਂ ਤੇ। ਇਹ ਕੋਈ ਬਹੁਤ ਸੌਖਾ ਕੰਮ ਨਹੀਂ ਆ। ਪੂਰੇ 5 ਸਾਲ ਪਏ, ਹਜੇ ਤਾਂ 1 ਮਹੀਨਾ ਹੀ ਹੋਇਆ ਰਿਜ਼ਲਟ ਆਏ ਨੂੰ। ਪੂਰੇ 5 ਸਾਲਾਂ ਦੇ ਦੌਰਾਨ ਕਾਂਗਰਸ ਦੇ ਵਿੱਚ ਜਿਸ ਤਰ੍ਹਾਂ ਵੱਖਰੇ ਵੱਖਰੇ ਦਲ ਬਣ ਗਏ ਨੇ, ਕਈ ਗਰੁੱਪਸ ਬਣ ਗਏ ਨੇ, ਉਹਨਾਂ ਨੂੰ ਨਾਲ ਲੈ ਕੇ ਚੱਲਣਾ ਆਪਣੇ ਆਪ ਦੇ ਵਿੱਚ ਬਹੁਤ ਚੁਣੌਤੀਪੂਰਨ ਹੋਊਗਾ। ਮੈਂ ਹੁਣ ਦੇਖ ਰਿਹਾ ਸੀ ਸੁਰਜੀਤ ਸਿੰਘ ਧਮਾਨ, ਸਾਬਕਾ MLA ਨੇ, ਕਾਂਗਰਸ ਨੇ, ਉਹਨਾਂ ਨੇ ਆਉਂਦੇ ਹੀ ਹਮਲਾ ਕਰਤਾ। ਉਹ ਤਾਂ ਕਹਿੰਦੇ ਕਿ ਜੀ ਜਿਹੜੇ ਰਾਜਾ ਵੜਿੰਗ ਨੇ ਉਹ ਬਹੁਤ ਮੌਕਾ ਪ੍ਰਸਤ ਨੇ ਤੇ ਬਹੁਤ ਕਰਪਟ ਨੇ, ਇਸ ਤਰ੍ਹਾਂ ਦੇ ਦੋਸ਼ ਉਹਨਾਂ ਨੇ ਲਾਏ। ਸੋ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਕਿਸ ਤਰ੍ਹਾਂ ਜਿਹੜੀ ਆ ਉਹ ਰਾਜਾ ਵੜਿੰਗ ਨਾਲ ਲੈ ਕੇ ਚੱਲਣਗੇ। ਦੂਸਰੇ ਪਾਸੇ ਮੈਂ ਦੇਖ ਰਿਹਾ ਸੀ ਰਾਣਾ ਗੁਰਜੀਤ ਹੋਣੀ, ਉਹ ਕਹਿ ਰਹੇ ਸੀ ਕਿ ਮੈਨੂੰ ਬੜੀ ਖੁਸ਼ੀ ਆ ਕਾਂਗਰਸ ਨੇ ਡਿਸੀਜਨ ਲੈ ਲਿਆ। ਪਰ ਗੱਲ ਉਹੀ ਆ, ਕਿਉਂਕਿ 92 ਸੀਟਾਂ ਲੈ ਕੇ ਆਮ ਆਦਮੀ ਪਾਰਟੀ ਬਹੁਤ ਭਾਰੀ ਬਹੁਮਤ ਨਾਲ ਆਈ ਆ, ਸਰਕਾਰ ਉਹਨੇ ਬਣਾਈ ਆ, ਕੰਮ ਕਰਨ ਦੀ ਉਹਨਾਂ ਨੇ ਪਹਿਲ ਕੀਤੀ ਹੈ, ਕਈ ਤਰ੍ਹਾਂ ਦੇ ਉਹਨਾਂ ਨੇ ਐਲਾਨ ਕੀਤੇ ਆ। ਹਜੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਿਆ ਜਾਊਗਾ ਪੰਜਾਬ ਦੇ ਵਿੱਚ ਕਿ ਉਹ ਕਿਸ ਤਰ੍ਹਾਂ ਦਾ ਕੰਮ ਕਰਦੇ। ਪਰ ਹਾਂ, ਆਪੋਜੀਸ਼ਨ ਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਕਿਸੇ ਵੀ ਡੈਮੋਕ੍ਰੇਸੀ ਦੇ ਵਿੱਚ, ਕਿਸੇ ਲੋਕਤੰਤਰ ਦੇ ਵਿੱਚ ਆਪੋਜੀਸ਼ਨ ਦਾ ਬਹੁਤ ਖਾਸ ਮਹੱਤਵ ਹੁੰਦਾ, ਉਹਨਾਂ ਦਾ ਰੋਲ ਬਹੁਤ ਇੰਪੋਰਟੈਂਟ ਹੁੰਦਾ। ਸੋ ਇਸ ਕਰਕੇ ਹਜੇ ਇਹਨਾਂ ਨੂੰ ਵੀ ਸਮਾਂ ਦੇਣਾ ਪਊਗਾ। ਇਹਨਾਂ ਲਈ ਸਭ ਤੋਂ ਵੱਡੀ ਤਾਂ ਚੁਣੌਤੀ ਪਹਿਲਾਂ ਸੰਗਰੂਰ ਦੀ ਆ ਮਦਨਦੀਪ ਜੀ। ਸੰਗਰੂਰ ਦੇ ਵਿੱਚ ਲੋਕ ਸਭਾ ਦੀ ਬਾਈ ਇਲੈਕਸ਼ਨ ਆਉਣ ਵਾਲੀ ਆ, ਤੇ ਤੁਸੀਂ ਦੇਖੋਗੇ ਕਿ ਜੇ ਕਾਂਗਰਸ ਉੱਥੇ ਵਧੀਆ ਕਿਸੇ ਤਰ੍ਹਾਂ ਦਾ ਆਪਣੇ ਰਿਜ਼ਲਟ ਨਹੀਂ ਲਿਆ ਸਕੂਗੀ ਜਾਂ ਵਧੀਆ ਪ੍ਰਦਰਸ਼ਨ ਨਹੀਂ ਕਰ ਪਾਊਗੀ, ਉਸੇ ਟਾਈਮ ਤੋਂ ਆਲੋਚਨਾ ਸ਼ੁਰੂ ਹੋ ਜਾਣੀ ਹੈ। ਤੇ ਉਸ ਤੋਂ ਅਗਲਾ ਟੈਸਟ ਦੇਖ ਲਓ ਸੰਨ 2024 ਦਾ, ਜਦੋਂ ਲੋਕ ਸਭਾ ਦੀਆਂ ਚੋਣਾਂ ਆਉਣੀਆਂ ਨੇ, ਉੱਥੇ ਵੀ ਕਾਂਗਰਸ ਨੂੰ ਕਾਰਗੁਜ਼ਾਰੀ ਵਧੀਆ ਕਰਨੀ ਪੈਣੀ ਹੈ। ਔਰ ਆਪਾਂ ਨੂੰ ਇਹ ਵੀ ਪਤਾ ਕਿ ਜਦੋਂ ਵੀ ਕਿਸੇ ਦੀ ਪ੍ਰਧਾਨਗੀ ਦੇ ਵਿੱਚ ਕਾਂਗਰਸ ਜਾਂ ਕੋਈ ਵੀ ਹੋਰ ਪਾਰਟੀ ਚੋਣਾਂ ਹਾਰਦੀ ਆ, ਤੇ ਨਾਲ ਦੀ ਨਾਲ ਜਿਹੜੀ ਉਹਨਾਂ ਦੀ ਆਲੋਚਨਾ ਵੀ ਸ਼ੁਰੂ ਹੋ ਜਾਂਦੀ ਹੈ, ਅਸਤੀਫੇ ਤੱਕ ਮੰਗਣੇ ਸ਼ੁਰੂ ਹੋ ਜਾਂਦੇ ਨੇ। ਤੇ ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਹੋਣਾ ਨੂੰ ਵੀ ਵਿਧਾਨ ਸਭਾ ਦੇ ਅੰਦਰ ਰਹਿ ਕੇ ਹਰ ਉਸ ਤਰ੍ਹਾਂ ਦੇ ਸਵਾਲ ਚੱਕਣੇ ਪੈਣਗੇ ਜਿਸ ਤਰ੍ਹਾਂ ਸਰਕਾਰ ਨੂੰ ਘੇਰਿਆ ਜਾ ਸਕੇ ਜਾਂ ਘੱਟੋ ਘੱਟ ਸਰਕਾਰ ਨੂੰ ਲੀਹ ਤੇ ਰੱਖਿਆ ਜਾ ਸਕੇ। ਪਿਛਲੀ ਵਾਰੀ ਮੈਂ ਦੇਖ ਰਿਹਾ ਸੀ ਜਿਹੜਾ ਵਿਸ਼ੇਸ਼ ਇਜਲਾਸ ਹੋਇਆ ਸੀ, ਉਹ 1 ਅਪ੍ਰੈਲ ਨੂੰ ਹੋਇਆ ਸੀ, ਤੇ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਸੀ ਕਿ ਇਹ ਤਾਂ ਨਾਨ ਸੀਰੀਅਸ ਡੇ ਆ, ਇਹੋ ਜਿਹਾ ਮੁੱਦਾ ਤੁਸੀਂ ਕਿਉਂ ਲੈ ਆਂਦਾ, ਕਿਉਂਕਿ ਆਪਾਂ ਨੂੰ ਪਤਾ 1 ਅਪ੍ਰੈਲ ਨੂੰ ਅਪ੍ਰੈਲ ਫੂਲ ਕਈ ਦੁਨੀਆ ਦੇ ਹਿੱਸਿਆਂ ਦੇ ਵਿੱਚ ਮਨਾਇਆ ਜਾਂਦਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਮੈਨੂੰ ਲੱਗਦਾ ਜੀ ਇਹ ਗੱਲਾਂ ਕਰਨਗੇ ਤਾਂ ਕਿਤੇ ਨਾ ਕਿਤੇ ਜਿਹੜੀ ਵਿਧਾਨ ਸਭਾ ਦੀ ਬਹਿਸ ਆ ਉਹ ਹਲਕੇ ਦੇ ਵਿੱਚ ਚਲੀ ਜਾਊਗੀ, ਉਹਨੂੰ ਨਾਨ ਸੀਰੀਅਸ ਬਣ ਜਾਊਗੀ। ਸੋ ਮੁੱਦੇ ਬਹੁਤ ਸ਼ਿੱਦਤ। ਮਨਪ੍ਰੀਤ ਜੀ, ਸਵਾਲ ਇਹ ਆ ਕਿ ਤੁਹਾਨੂੰ ਪਤਾ ਪੰਜਾਬ ਦਾ ਅਰਥਚਾਰਾ ਬਿਲਕੁਲ ਲੀਹੋਂ ਲੱਥਿਆ ਹੋਇਆ, ਬਹੁਤ ਬੁਰੀ ਹਾਲਤ ਆ, ਔਰ ਵਾਅਦੇ ਬਹੁਤ ਲੰਬੇ ਚੌੜੇ ਕਰਕੇ ਆਈ ਆਮ ਆਦਮੀ ਪਾਰਟੀ। ਇਹ ਵੱਖਰੀ ਗੱਲ ਹੈ ਕਿ ਜਲਦਬਾਜ਼ੀ ਹੈ, ਅਸੀਂ ਇਹ ਨਹੀਂ ਸੋਚ ਸਕਦੇ ਕਿ ਇੰਨੀ ਜਲਦੀ ਉਹ ਵਾਅਦੇ ਪੂਰੇ ਕਰ ਲੈਣਗੇ। ਪਰ 5 ਸਾਲਾਂ ਦੇ ਵਿੱਚ ਜੇ ਵਾਅਦੇ ਪੂਰੇ ਨਾ ਵੀ ਕਰਨ, ਉਹਨਾਂ ਵਾਅਦਿਆਂ ਦੇ ਵਿੱਚੋਂ ਜਿਹੜੇ ਮਸਲੇ ਪੰਜਾਬ ਦੇ ਸਿਰ ਕੱਢ ਖੜੇ ਆ, ਜਿਹਦੇ ਕਰਕੇ ਪੰਜਾਬ ਡਿਸਟਰਬ ਵੀ ਹੁੰਦਾ ਹੈ, ਜਿਹਦੇ ਕਰਕੇ ਪੰਜਾਬ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਨਸ਼ਿਆਂ ਦੇ ਮਾਮਲੇ ਆ, ਬੇਰੁਜ਼ਗਾਰੀ ਦੇ ਮਾਮਲੇ ਹੈਗੇ ਆ, ਮਾਮਲੇ ਇਹ ਆ ਕਿ ਆਹ ਨਿਯੁਕਤੀਆਂ ਹੋ ਗਈਆਂ, ਇਹਨਾਂ ਨਿਯੁਕਤੀਆਂ ਨੂੰ ਰੱਦ ਕਰਤਾ ਗਿਆ, ਜਾਂ ਨਿਯੁਕਤੀਆਂ ਵੱਲ ਧਿਆਨ ਨਹੀਂ ਦਿੱਤਾ ਗਿਆ, ਬਹੁਤ ਸਾਰੇ ਮਾਮਲੇ ਆ। ਜਵਾਨੀ ਜਿਹੜੀ ਪੰਜਾਬ ਦੀ ਹੈਗੀ ਹੈ ਉਹ ਅਧਿਕਾਰ ਦੇ ਵਿੱਚ ਇਸ ਵੇਲੇ ਹੈਗੀ ਹੈ। ਇਹ ਸਾਰੇ ਮਾਮਲੇ ਜੇ ਮੰਨ ਲਓ ਕਿ ਆਮ ਆਦਮੀ ਪਾਰਟੀ ਕਿਸੇ ਵੀ ਰੂਪ 'ਚ ਸਫਲ ਰਹਿੰਦੀ ਹੈ ਜਾਂ ਆਮ ਆਦਮੀ ਪਾਰਟੀ ਦਾ ਉਸ ਤਰ੍ਹਾਂ ਧਿਆਨ ਨਹੀਂ ਜਾਂਦਾ,
ਤਾਂ ਇਹਨਾਂ ਮਾਮਲਿਆਂ ਵੱਲ ਧਿਆਨ ਦਿਵਾਉਣਾ ਜਿਹੜਾ ਹੈ ਆਪੋਜੀਸ਼ਨ ਦਾ ਰੋਲ ਆ, ਆਪੋਜੀਸ਼ਨ ਦੀ ਭੂਮਿਕਾ ਖਾਸ ਉਹ। ਔਰ ਪੰਜਾਬ ਦੇ ਵਿੱਚ ਆਪੋਜੀਸ਼ਨ ਪਿਛਲੇ 10 ਸਾਲ ਤੋਂ ਕਮਜ਼ੋਰ ਚਲਦੀ ਆ ਰਹੀ ਹੈ ਜੀ। ਨਹੀਂ, ਇਹਦੇ ਵਿੱਚ ਕੋਈ ਦੋ ਰਾਵਾ ਹੀ ਨਹੀਂ ਹੈ। ਆਪੋਜੀਸ਼ਨ ਦਾ ਹਮੇਸ਼ਾ ਹੀ ਰੋਲ ਹੁੰਦਾ, ਲੇਕਿਨ ਇੱਕ ਕੰਸਟਰਕਟਿਵ ਜਿਹੜੀ ਆਪੋਜੀਸ਼ਨ ਆ, ਜਿਵੇਂ ਪੋਜ਼ਿਟਿਵ ਆਪੋਜੀਸ਼ਨ ਆ, ਸਿਰਫ ਆਪੋਜੀਸ਼ਨ ਇਸ ਕਰਕੇ ਨਹੀਂ ਹੋਣੀ ਚਾਹੀਦੀ ਫॉर द ਹੈਕ ਆਫ ਇਟ। ਖਤਰਾ ਕੀ ਸੀ, ਮੈਂ ਤਾਂ ਸਵਾਲ ਕਰ ਰਿਹਾ ਨਾ ਵੀ ਜਦੋਂ ਤੁਸੀਂ ਨਵੀਆਂ ਨਿਯੁਕਤੀਆਂ ਕਰ ਰਹੇ ਹੋ, ਤੁਹਾਡੇ ਕੋਲੇ ਬੜੀ ਪੋਟੈਂਸ਼ੀਅਲ ਲੀਡਰਸ਼ਿਪ ਹੈਗੀ ਹੈ। ਦੇਖੋ ਤੁਸੀਂ ਸੁਖਪਾਲ ਸਿੰਘ ਖਹਿਰਾ ਨੇ, ਨਵਜੋਤ ਸਿੰਘ ਸਿੱਧੂ ਹੈ, ਹੋਰ ਵੀ ਹੈਗੇ ਆ। ਤੁਸੀਂ ਸਾਰਿਆਂ ਨੂੰ ਮਤਲਬ ਇੱਕਦਮ ਸਾਈਡ ਤੇ ਕਰਕੇ ਸਾਰਿਆਂ ਨੂੰ ਤੁਸੀਂ ਧੱਕਾ ਦੇ ਕੇ ਤੁਸੀਂ ਫਿਰ ਉਹ ਪੁਰਾਣੀ ਲੀਡਰਸ਼ਿਪ ਨੂੰ ਅੱਗੇ ਲਿਆਉਣ ਦਾ ਯਤਨ ਕਰ ਰਹੇ ਹੋ। ਇਹ ਕਿਸ ਤਰ੍ਹਾਂ ਦੀ ਨੀਤੀ ਹੈ? ਦੇਖੋ ਮਦਨਦੀਪ ਜੀ, ਇਹ ਪ੍ਰੈਰੋਗੇਟਿਵ ਜਿਹੜਾ ਹੈ ਉਹ ਕਾਂਗਰਸ ਪਾਰਟੀ ਨੇ ਦੇਖਣਾ ਕਿ ਕਿਹੜਾ ਸਾਡਾ ਲੀਡਰ ਵਿਧਾਨ ਸਭਾ 'ਚ ਪਰਫਾਰਮ ਕਰੇਗਾ, ਕਿਹੜਾ ਸਾਡਾ ਲੀਡਰ ਬਤੌਰ ਪ੍ਰਧਾਨ ਪਰਫਾਰਮ ਕਰੇਗਾ। ਇਹ ਤਾਂ ਪ੍ਰੈਰੋਗੇਟਿਵ ਉਹਨਾਂ ਦਾ। ਤੁਸੀਂ ਕਹਿੰਦੇ ਹੋ ਵੀ ਇੱਕ ਬੰਦੇ ਨੂੰ ਅੱਗੇ ਲਿਆ ਕੇ, ਹੁਣ ਕਿਸੇ ਨੂੰ ਤਾਂ ਇੱਕ ਨੂੰ ਹੀ ਬਣਾਉਣਾ ਸੀ ਤੇ ਬਾਕੀਆਂ ਨੇ ਤਾਂ ਸਾਈਡ ਲਾਈਨ ਹੋਣਾ ਹੀ ਸੀ। ਇਹ ਠੀਕ ਆ, ਕੋਈ ਕਿਸੇ ਦੀ ਪਸੰਦ ਹੋ ਸਕਦਾ, ਕੋਈ ਕਿਸੇ ਦੀ ਪਸੰਦ ਨਹੀਂ ਹੋ ਸਕਦਾ, ਲੇਕਿਨ ਅੱਜ ਸੁਖਪਾਲ ਸਿੰਘ ਖਹਿਰਾ ਨੇ ਤਾਂ ਵੈਲਕਮ ਕੀਤਾ ਇਸ ਗੱਲ ਦਾ ਕਿ ਸਾਨੂੰ ਚੰਗਾ, ਚਲੋ ਘੱਟੋ ਘੱਟ ਇੱਕ ਡਿਸੀਜਨ ਤਾਂ ਲਿਆ ਗਿਆ ਨਾ। ਮੈਨੂੰ ਤਾਂ ਇਹ ਗੱਲ, ਹਾਂਜੀ ਬਿਲਕੁਲ ਇਹ ਗੱਲ ਠੀਕ ਆ। ਹਾਂਜੀ, ਹੋਰ ਉਹ ਕਰ ਕੀ ਸਕਦੇ ਸੀ? ਪਾਰਟੀ ਵਿੱਚ ਰਹਿ ਕੇ, ਡਿਸਪਲਿਨ 'ਚ ਰਹਿ ਕੇ ਉਹਨਾਂ ਨੇ ਵੈਲਕਮ ਹੀ ਕਰਨਾ ਸੀ ਨਾ। ਬਿਲਕੁਲ, ਇਹੀ ਪਾਰਟੀ ਦੀ ਡਿਸਪਲਿਨ ਦੀ ਲੋੜ ਆ, ਇਹੀ ਅਨੁਸ਼ਾਸਨ ਦੀ ਲੋੜ ਆ। ਜਿਹੜੀ ਪਾਰਟੀ ਪਿਛਲੇ ਕਾਫੀ ਸਮੇਂ ਤੋਂ ਬਿਲਕੁਲ ਅਨੁਸ਼ਾਸਨਹੀਨ ਹੋ ਕੇ ਚੱਲ ਰਹੀ ਸੀ, ਫ੍ਰੀ ਫॉर ਆਲ ਸੀ, ਚਾਹੇ ਚੋਣਾਂ ਤੋਂ ਪਹਿਲਾਂ ਦੇਖ ਲਓ, ਚਾਹੇ ਚੋਣਾਂ ਦੇ ਦਰਮਿਆਨ ਦੇਖ ਲਓ ਤੇ ਚੋਣਾਂ ਤੋਂ ਬਾਅਦ ਦੇਖ ਲਓ। ਕਾਂਗਰਸ ਦੀ ਲੀਡਰਸ਼ਿਪ ਹੋਵੇ, ਕਾਂਗਰਸ ਦੇ ਆਗੂ ਹੋਣ, ਇੱਕ ਦੂਸਰੇ ਦੇ ਬਿਆਨਬਾਜ਼ੀਆਂ ਕਰ ਰਹੇ ਸੀ, ਚਾਹੇ ਉਹ ਸੁਖਜਿੰਦਰ ਸਿੰਘ ਰੰਧਾਵਾ ਹੋਣ, ਚਾਹੇ ਉਹ ਤੁਹਾਨੂੰ ਨਵਜੋਤ ਸਿੰਘ ਸਿੱਧੂ ਹੋਣ, ਚਰਨਜੀਤ ਸਿੰਘ ਚੰਨੀ ਹੋਣ, ਚਾਹੇ ਉਹ ਰਾਣਾ ਗੁਰਜੀਤ ਸਿੰਘ ਹੋਣ, ਸਾਰੇ ਕਰ ਰਹੇ ਸੀ। ਸੋ ਫ੍ਰੀ ਫॉर ਆਲ ਤਾਂ ਸਾਰਿਆਂ ਲਈ ਆ। ਸੋ ਜੇ ਇੱਕ ਕਾਂਗਰਸ ਨੇ ਨਵਾਂ ਡਿਸੀਜਨ ਲਿਆ ਤੇ ਜਿਵੇਂ ਆਪਾਂ ਕਹਿੰਦੇ ਸਰਕਾਰ ਨੂੰ ਸਮਾਂ ਦੇਣਾ ਚਾਹੀਦਾ, ਤੇ ਇਹਨਾਂ ਨੂੰ ਵੀ ਸਮਾਂ ਦੇਣ ਦੀ ਲੋੜ ਆ। ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇਖੇਗੀ, ਜਾਂ ਉਹਨਾਂ ਦੇ ਵਿਧਾਇਕ ਦੇਖਣਗੇ, ਜਾਂ ਉਹਨਾਂ ਦੇ ਸਾਬਕਾ ਵਿਧਾਇਕ ਜਾਂ ਜਿਹੜੇ ਆਗੂ ਦੇਖਣਗੇ ਕਿ ਕੀ ਉਹ ਵਧੀਆ ਪਰਫਾਰਮ ਕਰ ਪਾ ਰਹੇ ਨੇ ਜਾਂ ਨਹੀਂ ਕਰ ਪਾ ਰਹੇ। ਇਹ ਤਾਂ ਇਹਨਾਂ ਨੇ ਦੇਖਣਾ। ਇਹਨਾਂ ਨੂੰ ਉਹੀ ਗੱਲ ਆ, ਜਿੰਨੀ ਦੇਰ ਤੱਕ ਸਮਾਂ ਨਹੀਂ ਦਿੱਤਾ ਜਾਊਗਾ, ਬਾਕੀ ਤਾਂ ਹਜੇ ਜਿਹੜੀਆਂ ਸਪੈਕੂਲੇਸ਼ਨਸ ਆ, ਕਿਆਸ ਰਾਈਆਂ ਕਿ ਕੌਣ ਵਧੀਆ ਹੋ ਸਕਦਾ ਸੀ, ਕੌਣ ਘਟੀਆ ਹੋ ਸਕਦਾ ਸੀ, ਜਾਂ ਕੌਣ ਮਾੜਾ ਹੋ ਸਕਦਾ ਸੀ, ਇਹ ਤਾਂ ਪਾਰਟੀ ਨੇ ਸੋਚਣਾ ਜੀ। ਠੀਕ ਹੈ, ਠੀਕ ਹੈ, ਬੇਸ਼ੱਕ ਤੁਹਾਡੀ ਗੱਲ ਠੀਕ ਹੈ। ਨਵਜੋਤ ਸਿੰਘ ਸਿੱਧੂ ਨੂੰ ਸਮਾਂ ਨਹੀਂ ਦਿੱਤਾ ਗਿਆ, ਉਹ ਵੀ ਬੜੇ ਛੇਤੀ ਪ੍ਰਧਾਨ ਬਣਾਇਆ ਤੇ ਬੜੀ ਛੇਤੀ ਉਹਨਾਂ ਨੂੰ ਸਾਈਡ ਤੇ ਕਰਤਾ ਗਿਆ। ਚਲੋ ਖੈਰ, ਅਸੀਂ ਅਗਲੀ ਖਬਰ ਵੱਲ ਵਧਦੇ ਹਾਂ। ਸੁਨੀਲ ਜਾਖੜ ਬਾਰੇ ਤੁਹਾਡਾ ਕੀ ਕਹਿਣਾ? ਸੁਨੀਲ ਜਾਖੜ, ਮੈਨੂੰ ਲੱਗਦਾ ਹੈ ਕਿ ਸ਼ਾਇਦ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ, ਕਿਉਂਕਿ ਉਹਨਾਂ ਦੇ ਖਿਲਾਫ ਪੁਲਿਸ ਕੰਪਲੇਂਟ ਵੀ ਕੀਤੀ ਗਈ ਹੈ, ਔਰ ਜਿਹੜਾ ਬਵਾਲ ਹੈ ਉਹਨਾਂ ਦੇ ਖਿਲਾਫ ਉਹ ਰੁਕਣ ਦੀ ਬਜਾਏ ਵੱਧ ਰਿਹਾ ਹੈ ਜੀ। ਦੇਖੋ ਉਹੀ ਗੱਲ ਆਉਂਦੀ ਆ, ਸੁਨੀਲ ਜਾਖੜ ਇੱਕ ਬਹੁਤ ਸਿਆਣੇ ਨੇ, ਬਹੁਤ ਵਾਈਜ਼ ਨੇਤਾ ਨੇ, ਜਿਹੜੇ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਸੰਨਿਆਸ ਲੈ ਰਿਹਾ ਜਾਂ ਐਕਟਿਵ ਪੋਲਿਟਿਕਸ ਤੋਂ ਪਿੱਛੇ ਹਟ ਰਿਹਾ, ਉਸ ਤੋਂ ਬਾਅਦ ਵੀ ਉਹ ਬਿਆਨਬਾਜ਼ੀਆਂ ਤਾਂ ਕਰਦੇ ਰਹੇ ਆ। ਇਸ ਮਸਲੇ ਨੂੰ ਲੈ ਕੇ ਉਹਨਾਂ ਦੀ ਬਿਆਨਬਾਜ਼ੀ ਹੋਈ ਆ, ਔਰ ਉਹਨਾਂ ਨੇ ਬਲਕਿ ਮਾਫੀ ਵੀ ਮੰਗੀ ਆ। ਉਹ ਕਹਿੰਦੇ ਮੇਰਾ ਸੰਦਰਭ ਜਿਹੜਾ ਹੈਗਾ ਉਹ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਪਰ ਮੈਨੂੰ ਲੱਗਦਾ ਕਿ ਇੱਕ ਪਹਿਲੀ ਗੱਲ ਤਾਂ ਆਪਾਂ ਆਉਂਦੇ ਕਾਂਗਰਸ ਦੀ ਗੁੱਟਬਾਜੀ ਤੇ। ਕਾਂਗਰਸ ਦੇ ਵਿੱਚ ਸਭ ਤੋਂ ਪਹਿਲਾਂ ਰਾਜਕੁਮਾਰ ਵੇਰਕਾ ਆਉਂਦੇ ਨੇ, ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦਾ ਬਿਆਨ ਆਉਂਦਾ, ਇਸੇ ਤਰ੍ਹਾਂ ਜੋਗਿੰਦਰਪਾਲ ਭੋਹਾ ਦਾ ਬਿਆਨ ਆਉਂਦਾ। ਬੇਸਿਕਲੀ ਉਹਨਾਂ ਨੇ ਘੇਰਨ ਦੀ ਕੋਸ਼ਿਸ਼ ਕੀਤੀ ਆ। ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਜੇ ਉਹ ਮਾਫੀ ਨਹੀਂ ਮੰਗਣਗੇ ਤਾਂ ਫਿਰ ਅਸੀਂ ਕਾਂਗਰਸ ਹਾਈਕਮਾਂਡ ਨੂੰ ਕਹਿ ਕੇ ਇਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾ ਦਾਂਗੇ। ਹੁਣ ਇਸ ਚੀਜ਼ ਨੂੰ ਇਕੱਲਾ ਕਾਂਗਰਸ ਤੱਕ ਨਹੀਂ ਸੀਮਿਤ ਰਿਹਾ। ਤੁਸੀਂ ਯਾਦ ਕਰੋ, ਬੱਸੀ ਪਠਾਣਾ ਤੇ ਪਾਇਲ ਦੇ ਦੋ ਆਮ ਆਦਮੀ ਪਾਰਟੀ ਦੇ MLAs ਨੇ ਪ੍ਰੈਸ ਕਾਨਫਰੰਸ ਕੀਤੀ ਆ। ਉਹਨਾਂ ਨੇ ਕਿਹਾ ਕਿ ਜੇ ਤੁਸੀਂ ਸੁਨੀਲ ਜਾਖੜ ਦੇ ਖਿਲਾਫ ਕਿਸੇ ਤਰ੍ਹਾਂ ਦਾ ਐਕਸ਼ਨ ਨਹੀਂ ਲਓਗੇ ਤਾਂ ਫਿਰ ਹੋ ਸਕਦਾ ਸਰਕਾਰ ਇਸ ਤੇ ਐਕਸ਼ਨ ਲਵੇ, ਕਿਉਂਕਿ ਵਿਰੋਧੀਆਂ ਨੂੰ ਆਪਾਂ ਮੌਕਾ ਦੇਤਾ। ਇਸੇ ਤਰ੍ਹਾਂ ਬੀਜੇਪੀ ਦੇ ਇੱਕ ਗੜਸ਼ੰਕਰ ਤੋਂ ਨੇਤਾ ਨੇ ਨਿਮਿਸ਼ਾ ਮਹਿਤਾ, ਉਹਨਾਂ ਨੇ ਤਾਂ ਇਸ ਦੀ ਸ਼ਿਕਾਇਤ ਤੱਕ ਕਰ ਦਿੱਤੀ ਹੈ। ਕਹਿਣ ਦਾ ਮਤਲਬ ਜਦੋਂ ਤੁਸੀਂ ਦੂਸਰੀਆਂ ਪਾਰਟੀਆਂ ਨੂੰ ਮੌਕਾ ਦਿਓਗੇ ਜਾਂ ਉਹਨਾਂ ਲਈ ਇਹ ਸਪੇਸ ਛੱਡੋਗੇ ਤੇ ਉਹ ਕਰਨਗੇ। ਮੁੱਦੇ ਨੂੰ ਮੈਨੂੰ ਲੱਗਦਾ ਕੁਝ ਜ਼ਿਆਦਾ ਜਿਵੇਂ ਆਊਟ ਆਫ ਪ੍ਰਪੋਰਸ਼ਨ ਜਾ ਕੇ ਬਹੁਤ ਜ਼ਿਆਦਾ ਉਛਾਲਿਆ ਜਾ ਰਿਹਾ। ਜਦੋਂ ਕੋਈ ਵਿਅਕਤੀ, ਤੁਸੀਂ ਦੇਖੋ ਜੇ ਕੇਸ ਵੀ ਰਜਿਸਟਰ ਹੋ ਜਾਂਦਾ, ਕੱਲ ਨੂੰ ਉਹਨਾਂ ਦੀ ਬੇਲ ਵੀ ਹੋ ਜਾਂਦੀ ਹੈ, ਆਖਿਰਕਾਰ ਤਾਂ ਉਹਨਾਂ ਨੇ ਮਾਫੀ ਉਹ ਮੰਗਣੀ ਹੈ। ਤੇ ਜੇ ਮਾਫੀ ਉਹ ਮੰਗ ਰਹੇ ਨੇ ਤੇ ਇਸ ਮੁੱਦੇ ਨੂੰ ਮੈਨੂੰ ਲੱਗਦਾ ਨਹੀਂ ਕਿ ਇਹਨਾਂ ਤੂਲ ਫੜਨਾ ਚਾਹੀਦਾ। ਜਾਂ ਤਾਂ ਹੋਵੇ ਕਿਉਂਕਿ ਵਿਅਕਤੀ ਵਾਜਿਦ ਹੋਵੇ ਕਿ ਮੈਂ ਤਾਂ ਇਸ ਮੁੱਦੇ ਤੇ ਮਾਫੀ ਨਹੀਂ ਮੰਗਣੀ, ਮੇਰੀ ਤਾਂ ਮਾਨਸਿਕਤਾ ਹੀ ਇਸ ਤਰ੍ਹਾਂ ਦੀ ਆ। ਸੋ ਇਹ ਆ, ਇਹਦੇ ਵਿੱਚ ਰਾਜਨੀਤੀ ਆ, ਜਿਹੜੀ ਸਿਆਸਤ ਆ, ਉਹ ਬਹੁਤ ਤੁਸੀਂ ਵੇਖ ਸਕਦੇ ਹੋ। ਚਰਨਜੀਤ ਸਿੰਘ ਚੰਨੀ ਹੋਣਾ ਦੀ ਤੁਸੀਂ ਗੱਲ ਕੀਤੀ ਹੈ। ਚਰਨਜੀਤ ਸਿੰਘ ਚੰਨੀ ਹੋਣਾ ਨੇ ਵੀ ਵਿਰੋਧ ਕੀਤਾ ਹੈ ਔਰ ਬੜੇ ਸਖਤ ਤੇਵਰ ਦਿਖਾਏ ਆ ਸੁਨੀਲ ਜਾਖੜ ਦੇ ਬਿਆਨ ਦੇ ਉੱਪਰ। ਪਰ ਤੁਹਾਨੂੰ ਯਾਦ ਹੋਣਾ ਹੈ
ਕਿ ਚੰਨੀ ਪਹਿਲਾਂ ਦਿੱਲੀ ਗਏ ਆ, ਰਾਹੁਲ ਗਾਂਧੀ ਨੂੰ ਮਿਲੇ ਆ, ਔਰ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹ ਸੁਨੀਲ ਜਾਖੜ ਦੇ ਮਾਮਲੇ ਵਿੱਚ ਬੋਲਿਆ, ਉਸ ਤੋਂ ਪਹਿਲਾਂ ਨਹੀਂ ਬੋਲੇ। ਮੈਨੂੰ ਇਉਂ ਲੱਗਦਾ ਕਿਤੇ ਨਾ ਕਿਤੇ ਇਹਦੇ ਵਿੱਚ ਹਾਈ ਕਮਾਂਡ ਦੇ ਖਿਲਾਫ ਜਿਹੜੇ ਪਿਛਲੇ ਦਿਨਾਂ 'ਚ ਸੁਨੀਲ ਜਾਖੜ ਨਹੀਂ ਬੋਲ ਰਿਹਾ ਸੀ, ਸ਼ਾਇਦ ਉਸ ਗੱਲ ਦੀ ਵੀ ਸਜ਼ਾ ਜਿਹੜੀ ਹੈ ਉਹ ਮਿਲ ਰਹੀ ਹੈ ਉਹਨਾਂ ਨੂੰ। ਦੇਖੋ ਮਦਨਦੀਪ ਜੀ, ਫੇਰ ਉਸ ਤਰ੍ਹਾਂ ਦੀਆਂ ਕਿਆਸ ਰਾਹੀਂ ਆਈਆਂ ਕਿ ਪਹਿਲਾਂ ਮਿਲੇ ਜਾਂ ਬਾਅਦ ਦੇ ਵਿੱਚ ਉਹਨਾਂ ਨੇ ਗੱਲ ਕੀਤੀ, ਲੇਕਿਨ ਇਹ ਮੁੱਦਾ ਤਾਂ ਉਸ ਤੋਂ ਪਹਿਲਾਂ ਤੱਕ ਕਾਫੀ ਦੇਰ ਜਿਹੜਾ ਸੀਗਾ ਉਹ ਛਾਇਆ ਹੋਇਆ ਸੀ। ਚੰਨੀ ਹੋਣੀ ਨਹੀਂ, ਆਪਾਂ ਨੂੰ ਇਹ ਵੀ ਪਤਾ ਚੰਨੀ ਹੋਣੀ ਨਹੀਂ ਬੋਲੇ। ਚੰਨੀ ਹੋਣੀ ਕੱਲੇ ਇਸ ਮੁੱਦੇ ਤੇ ਨਹੀਂ ਬੋਲੇ, ਚੰਨੀ ਹੋਣੀ ਤਾਂ ਚੋਣਾਂ ਤੋਂ ਬਾਅਦ ਕਦੇ ਵੀ ਨਹੀਂ ਬੋਲੇ। ਉਹ ਪਹਿਲੀ ਵਾਰੀ ਨਾਲ ਗਏ ਆ। ਇਹ ਤਾਂ ਹੈ ਨਹੀਂ ਕਿ ਪਹਿਲਾਂ ਲਗਾਤਾਰ ਉਹ ਰਾਹੁਲ ਗਾਂਧੀ ਨੂੰ ਮਿਲਣ ਜਾਂਦੇ ਰਹੇ ਤੇ ਉਹਨਾਂ ਨੇ ਲਗਾਤਾਰ ਬਿਆਨਬਾਜ਼ੀਆਂ ਕੀਤੀਆਂ। ਪਹਿਲੀ ਵਾਰੀ ਗਏ ਸੀ ਔਰ ਉਹਨਾਂ ਨੂੰ ਪੁੱਛਿਆ ਵੀ ਗਿਆ ਸੀਗਾ ਕਿ ਤੁਸੀਂ ਕਿੱਥੇ ਰਹੇ ਹੋ। ਕਹਿੰਦੇ ਜੀ ਮੇਰੀ ਰਸਮੀ ਤੌਰ ਤੇ ਰਾਹੁਲ ਗਾਂਧੀ ਨਾਲ ਹਜੇ ਤੱਕ ਮੁਲਾਕਾਤ ਨਹੀਂ ਸੀ ਹੋਈ ਤੇ ਮੈਂ ਤਾਂ ਉਹਨਾਂ ਨੂੰ ਮਿਲਣ ਆਇਆ। ਤੇ ਜਦੋਂ ਇਹ ਗੱਲ ਚੱਲ ਰਹੀ ਸੀ ਤੇ ਉਹਦੇ ਵਿੱਚੋਂ ਹੀ ਉਸ ਜਿਹੜਾ ਰਿਪੋਰਟਰ ਸੀ ਜਾਂ ਇੱਕ ਨਿਊਜ਼ ਐਂਕਰ ਸੀ, ਉਹਨਾਂ ਨੇ ਪੁੱਛ ਲਿਆ ਕਿ ਤੁਹਾਡਾ ਸੁਨੀਲ ਜਾਖੜ ਤੇ ਕੀ ਕਹਿਣਾ, ਤੇ ਫਿਰ ਉਹਨਾਂ ਨੇ ਰਿਐਕਸ਼ਨ ਦੇ ਦਿੱਤਾ। ਵੈਸੇ ਕਿਉਂਕਿ ਉਹ ਇੱਕ ਦਲਿਤ ਲੀਡਰ ਮੰਨੇ ਜਾਂਦੇ ਨੇ ਜਾਂ ਪਿਛੜੇ ਵਰਗਾਂ ਦੇ ਲੀਡਰ ਮੰਨੇ ਜਾਂਦੇ ਨੇ, ਤੇ ਉਹਨਾਂ ਦਾ ਰਿਐਕਸ਼ਨ ਆਉਣਾ ਜਾਂ ਇਸ ਤਰ੍ਹਾਂ ਦਾ ਰਿਐਕਸ਼ਨ ਆਉਣਾ ਮੈਨੂੰ ਲੱਗਦਾ ਲਗਭਗ ਸੁਭਾਵਿਕ ਸੀਗਾ, ਕਿਉਂਕਿ ਉਹ ਆਪਣੀਆਂ ਸੀਟਾਂ ਵੀ ਹਾਰ ਗਿਆ ਤੇ ਉਹਨਾਂ ਦੇ ਨੇਤਰਤਵ ਦੇ ਵਿੱਚ, ਉਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਕਾਂਗਰਸ ਵੀ ਤਾਂ ਹਾਰੀ ਆ। ਇਹ ਸਾਰੀਆਂ ਚੀਜ਼ਾਂ ਵੀ ਆਪਾਂ ਨੂੰ ਦੇਖਣੀਆਂ ਚਾਹੀਦੀਆਂ। ਸੋ ਇਸ ਕਰਕੇ ਮੈਨੂੰ ਲੱਗਦਾ ਥੋੜਾ ਜਿਹਾ ਹੁਣ ਇਸ ਸਿਆਸਤ ਵੱਲ ਜ਼ਿਆਦਾ ਮੁੱਦਾ ਚਲਾ ਗਿਆ। ਅੰਤ ਕਿੱਥੇ ਦੇਖ ਰਹੇ ਹੋ? ਦੇਖਣਾ ਹੁਣ ਜੀ, ਅੰਤ ਕਿੱਥੇ ਦੇਖ ਰਹੇ ਹੋ ਤੁਸੀਂ ਇਸ ਗੱਲ ਦਾ? ਨਹੀਂ, ਮੈਨੂੰ ਹਜੇ ਕੋਈ ਪਤਾ ਨਹੀਂ ਕਿ ਕੀ ਹੈ, ਕਿਉਂਕਿ ਉਹਨਾਂ ਨੇ ਮਾਫੀ ਮੰਗ ਲਈ। ਹੁਣ ਇਹਦਾ ਕੀ ਅੰਤ ਹੋਏਗਾ, ਇਹ ਤਾਂ ਸਿਆਸੀ ਪਾਰਟੀਆਂ ਕਿਸੇ ਵੀ ਬਿਆਨ ਨੂੰ ਲੈ ਕੇ ਕਿਸੇ ਵੀ ਇਹ ਚੀਜ਼ਾਂ ਨੂੰ ਉਛਾਲਦੇ। ਐਕਚੁਅਲੀ ਕੀ ਹੈ, ਇਹਨਾਂ ਸਿਆਸੀ ਪਾਰਟੀਆਂ ਦੇ ਕੋਲੇ ਇਹ ਰੀਅਲ ਮੁੱਦੇ ਤੋਂ ਭੱਜਦੀਆਂ, ਜਿਹੜੇ ਰੀਅਲ ਪੰਜਾਬ ਦੇ ਮੁੱਦੇ ਆ, ਜਿਹੜੇ ਲੋਕਾਂ ਨੂੰ ਟੱਚ ਕਰਦੇ ਆ। ਸੋ ਇਸ ਤਰ੍ਹਾਂ ਦੇ ਮੁੱਦੇ ਇਹ ਜਾਣ ਕੇ ਭੜਕਾਏ ਜਾਂਦੇ ਆ ਇੱਕ ਦੂਸਰੇ ਦੇ ਨਾਲ, ਜਿਸ ਤਰ੍ਹਾਂ ਬਦਲਾਖੋਰੀ ਦੀ ਨੀਤੀ ਨਾਲ ਇੱਕ ਦੂਸਰੇ ਨੂੰ ਸ਼ਰਮਸਾਰ ਕੀਤਾ ਜਾਂਦਾ। ਇਹਨਾਂ ਦੇ ਵਿੱਚ ਸਿਆਸਤ ਮੈਨੂੰ ਜ਼ਿਆਦਾ ਲੱਗਦੀ ਹੈ। ਤੇ ਜੇ ਵਾਕਿਆ ਇਸ ਤਰ੍ਹਾਂ ਦੀ ਗੱਲ ਹੋਵੇ ਤਾਂ ਸਿੱਧਾ ਤੁਸੀਂ ਕੰਪਲੇਂਟ ਕਰੋ ਤੇ ਜਿਹੜਾ ਕਾਨੂੰਨ ਦੇ ਜਿਹੜਾ ਹੈਗਾ ਤਰੀਕੇ ਦੇ ਨਾਲ ਜੋ ਸਜ਼ਾ ਮਿਲਣੀ ਹੈ ਉਸ ਵਿਅਕਤੀ ਨੂੰ ਮਿਲ ਜਾਵੇ। ਲੇਕਿਨ ਰੋਜ਼ ਆ ਕੇ ਤੁਸੀਂ ਟੀਵੀ ਤੇ ਬਿਆਨ ਦਿੰਦੇ ਹੋ ਤੇ ਇਸ ਦੇ ਮਤਲਬ ਤਾਂ ਇਹਦਾ ਸਾਫ਼ ਨਿਕਲਦਾ ਕਿ ਇਹ ਤਾਂ ਇੱਕ ਸਿਆਸਤ ਆ। ਭਗਵੰਤ ਮਾਨ ਦੀ ਸਰਕਾਰ ਵੱਲ ਆਉਣਾ ਹੁਣ ਬਣਦਾ ਹੈ, ਕਿਉਂਕਿ ਮਾਮਲਾ ਬਹੁਤ ਗੰਭੀਰ ਆ ਔਰ ਧਿਆਨ ਮੰਗਦਾ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਜਿਹੜੀ ਚਿੱਠੀ ਲਿਖੀ ਹੈ ਭਗਵੰਤ ਮਾਨ ਹੋਣਾ ਨੂੰ, ਪੁਲਿਸ ਅਧਿਕਾਰੀਆਂ ਦੇ ਉੱਤੇ ਸਿੱਧਾ ਉਹਨਾਂ ਨੇ ਜਿਹੜਾ ਦੋਸ਼ ਲਾਇਆ ਹੈ, ਇਹ ਗੱਲ ਕਿੱਧਰ ਨੂੰ ਜਾਏਗੀ? ਕਿ ਕੁੰਵਰ ਵਿਜੇ ਪ੍ਰਤਾਪ ਉਹਨੇ ਚਿੱਠੀ ਲਿਖ ਕੇ ਚੁੱਪ ਹੋ ਜਾਣਗੇ ਜਾਂ ਇਸ ਗੱਲ ਨੂੰ ਅੱਗੇ ਵਧਾਉਣਗੇ? ਦੇਖੋ, ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਗੱਲ ਅੱਗੇ ਨਹੀਂ ਸੀ ਵਧਾਉਣੀ, ਇਸੇ ਕਰਕੇ ਉਹਨਾਂ ਨੇ ਆਪਣੀ ਪੋਸਟ ਜਿਹੜੀ ਫੇਸਬੁੱਕ ਤੇ ਪਾਈ ਸੀ ਥੋੜੇ ਸਮੇਂ ਬਾਅਦ ਹੀ ਉਹਨਾਂ ਨੇ ਹਟਾ ਲਈ। ਜਾਂ ਤਾਂ ਉਹਨਾਂ ਨੂੰ ਪਾਰਟੀ ਦਾ ਪ੍ਰੈਸ਼ਰ ਪੈ ਗਿਆ ਜਾਂ ਉਹਨਾਂ ਨੂੰ ਪੰਜਾਬ ਸਰਕਾਰ ਦਾ ਪ੍ਰੈਸ਼ਰ ਪੈ ਗਿਆ। ਲੇਕਿਨ ਜਿਹੜੀ ਪੋਸਟ ਸੀਗੀ ਉਦੋਂ ਤੱਕ ਕੁਝ, ਚਾਹੇ ਉਹ ਪ੍ਰਿੰਟ ਦੇ ਅਖਬਾਰ ਹੋਣ, ਪ੍ਰਿੰਟ ਮੀਡੀਆ ਹੋਵੇ, ਤੇ ਚਾਹੇ ਇਲੈਕਟ੍ਰੋਨਿਕ ਮੀਡੀਆ ਦੇ ਚੈਨਲਸ ਹੋਣ, ਉਹਨਾਂ ਨੇ ਉਹ ਜਿਹੜੀ ਫੇਸਬੁੱਕ ਤੋਂ ਉਹਨਾਂ ਦਾ ਜਿਸ ਤਰ੍ਹਾਂ ਕਹੇ ਸਕਰੀਨਸ਼ਾਟ ਉਹਨਾਂ ਨੇ ਲੈ ਲਿਆ ਸੀ, ਸੇਵ ਕਰ ਲਿਆ ਸੀ। ਔਰ ਉਸੇ ਆਧਾਰ ਤੇ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਸਾਰੇ ਪਾਸੇ, ਉਹ ਖਬਰਾਂ ਫੈਲ ਚੁੱਕੀਆਂ ਨੇ। ਔਰ ਉਸ ਪੋਸਟ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਕਿ ਇਸ ਪੋਸਟ ਤੋਂ ਇਲਾਵਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਵੱਖਰੀ ਚਿੱਠੀ ਵੀ ਲਿਖੀ ਆ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੂੰ। ਦਰਅਸਲ ਮਸਲਾ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਜੀ ਕਿ ਕਿਸ ਤਰ੍ਹਾਂ ਜਿਹੜੇ ਪਿਛਲੇ ਤੁਸੀਂ ਸਾਡੇ ਦਰਸ਼ਕਾਂ ਲਈ ਥੋੜਾ ਜਿਹਾ ਚਾਨਣਾ ਪਾਓ, ਚਿੱਠੀ ਦੇ ਵਿੱਚ ਉਹਨਾਂ ਨੇ ਲਿਖਿਆ ਕੀ ਹੈ? ਹਾਂਜੀ, ਮਸਲਾ ਇਹੀ ਹੈ ਕਿ ਉਹਨਾਂ ਨੇ ਚਿੱਠੀ ਦੇ ਵਿੱਚ ਲਿਖਿਆ ਕਿ 9 ਅਪ੍ਰੈਲ ਸਨ 2021 ਦੇ ਵਿੱਚ ਮੈਂ ਆਪਣਾ ਅਸਤੀਫਾ ਦਿੱਤਾ ਸੀ ਤੇ ਕੱਲ 9 ਅਪ੍ਰੈਲ ਨੂੰ ਉਹਨਾਂ ਨੇ ਲਿਖਿਆ ਕਿ ਮੈਨੂੰ ਪੂਰਾ 1 ਸਾਲ ਹੋ ਗਿਆ। ਪਰ ਉਹਨਾਂ ਨੇ ਉਸ ਪੋਸਟ ਦੇ ਵਿੱਚ ਇੱਕ ਜ਼ਿਕਰ ਕੀਤਾ, ਉਹ ਕਹਿੰਦੇ ਕਿ ਜਿਹੜੇ ਨਵੇਂ 1988 ਬੈਚ ਦੇ ਪ੍ਰਬੋਧ ਕੁਮਾਰ ਨਵੇਂ ਡੀਜੀਪੀ ਇੰਟੈਲੀਜੈਂਸ ਚੀਫ ਲਾਏ ਗਏ ਨੇ ਪੰਜਾਬ ਦੇ, ਇਹ ਤੇ ਇੱਕ ਹੋਰ ਅਫਸਰ ਨੇ ਜਿਨ੍ਹਾਂ ਦਾ ਨਾਮ ਹੈਗਾ ਅਰੁਣਪਾਲ ਸਿੰਘ, ਉਹ 1997 ਬੈਚ ਦੇ ਆ ਤੇ ਉਹਨਾਂ ਨੂੰ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਲਾਇਆ ਗਿਆ। ਉਹ ਕਹਿੰਦੇ ਇਹ ਦੋਨੇ ਜਾਣੇ ਇੱਕ ਜਿਹੜੀ SIT ਬਣੀ ਸੀ, ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਜਿਨ੍ਹਾਂ ਨੇ ਬਹਿਬਲ ਕਲਾਂ, ਕੋਟਪੂਰਾ, ਇਹਨਾਂ ਗੋਲੀकांडां ਦਾ ਤਹਿਕੀਕਾਤ ਕਰਨੀ ਸੀ। ਉਹ ਕਹਿੰਦੇ ਇਹਨਾਂ ਦੋਨਾਂ ਅਫਸਰਾਂ ਦਾ ਬਹੁਤ ਜਿਹੜਾ ਰੋਲ ਸੀ ਉਹ ਵਧੀਆ ਨਹੀਂ ਰਿਹਾ। ਔਰ ਇਹ ਉਹਨਾਂ ਨੇ ਵਿੱਚ ਲਿਖਿਆ ਕਿ ਕਿਸੇ ਵੱਡੀਆਂ ਜਿਹੜੀਆਂ ਫੈਮਲੀਜ਼ ਆ, ਪੋਲੀਟੀਕਲ ਫੈਮਲੀਜ਼, ਉਹਨਾਂ ਪਰਿਵਾਰਾਂ ਦੇ ਡੇੜੇ ਸੀ। ਇਸੇ ਕਰਕੇ ਇਹਨਾਂ ਨੇ ਜਿਹੜਾ ਕੰਮ ਆ ਉਹ ਆਪਣਾ ਪੂਰੀ ਇਮਾਨਦਾਰੀ ਦੇ ਨਾਲ ਨਹੀਂ ਕੀਤਾ। ਤੇ ਮੈਂ ਚਾਹੁੰਦਾ, ਉਹਨਾਂ ਨੇ ਭਗਵੰਤ ਮਾਨ ਹੋਣਾ ਨੂੰ ਉਸੇ ਪੋਸਟ ਅਪੀਲ ਕੀਤੀ ਕਿ ਇਹਨਾਂ ਨੂੰ ਇਹਨਾਂ ਦੇ ਅਹੁਦਿਆਂ ਤੋਂ ਹਟਾਇਆ ਜਾਣਾ ਚਾਹੀਦਾ, ਇਹਨਾਂ ਦੀ ਟ੍ਰਾਂਸਫਰ ਕਰਨੀ ਚਾਹੀਦੀ ਹੈ। ਤੇ ਕਹਿੰਦੇ ਕਿ ਜੇ ਤੁਹਾਨੂੰ ਕੋਈ ਨੁਕਤੇ ਹੋਰ ਚਾਹੀਦੇ ਨੇ
ਜਾਂ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਇਸ ਮਤਲਬ, ਤਾਂ ਤੁਸੀਂ ਮੈਨੂੰ ਜਦੋਂ ਬੁਲਾ ਲਓ, ਮੈਂ ਤੁਹਾਡੇ ਨਾਲ ਆ ਕੇ ਉਹ ਚੀਜ਼ਾਂ ਸਾਂਝੀਆਂ ਕਰਕੇ ਤੇ ਤੁਹਾਨੂੰ ਦੱਸੂਗਾ ਕਿ ਇਹਨਾਂ ਮੁੱਦਿਆਂ ਨੂੰ, ਯਾਨੀ ਕਿ ਚਾਹੇ ਉਹ ਬਰਗਾੜੀ ਦਾ ਬੇਅਦਬੀ ਦਾ ਮਾਮਲਾ ਹੋਵੇ, ਚਾਹੇ ਉਹ ਬਹਿਬਲ ਕਲਾਂ ਜਾਂ ਕੋਟਕਪੂਰਾ ਦਾ ਜਿਸ ਤਰ੍ਹਾਂ ਦਾ ਗੋਲੀकांड ਹੋਵੇ, ਉਹਨਾਂ ਨੂੰ ਕਿਸ ਤਰ੍ਹਾਂ ਹੱਲ ਕਰਨਾ ਉਹ ਮੈਂ ਦੱਸੂਗਾ। ਇਹ ਸਾਰੀਆਂ ਗੱਲਾਂ ਉਹਨਾਂ ਨੇ ਲਿਖੀਆਂ ਜੀ। ਵੈਸੇ ਮੈਂ ਤੁਹਾਨੂੰ ਦੱਸਦਾ ਮਦਨਦੀਪ ਜੀ ਕਿ ਇਹ ਜਿਹੜੀ ਪ੍ਰਬੋਧ ਕੁਮਾਰ ਹੋਣੀ ਆ, ਇਹਨਾਂ ਦਾ ਤੇ ਕੁੰਵਰ ਵਿਜੇ ਪ੍ਰਤਾਪ ਹੋਣਾ ਦਾ ਆਪਸ ਦੇ ਵਿੱਚ 36 ਦਾ ਅੰਕੜਾ ਕੋਈ ਅੱਜ ਦਾ ਨਹੀਂ ਹੈ, ਪਹਿਲਾਂ ਤੋਂ ਹੀ ਆ। ਬਿਲਕੁਲ। ਤੁਹਾਨੂੰ ਯਾਦ ਹੋਣਾ ਜਦੋਂ ਇਹਨਾਂ ਨੇ SIT ਦੀ ਰਿਪੋਰਟ ਸਬਮਿਟ ਕਰਵਾਈ ਸੀ, ਜਮ੍ਹਾਂ ਕਰਵਾਈ ਸੀ, ਜਦੋਂ ਇਹਨਾਂ ਨੇ ਕੰਪਲੀਟ ਕਰ ਲਈ ਸੀ, ਇਹ ਕਿਸੇ ਵੀ ਅਫਸਰ ਨੇ ਉੱਤੇ ਸਾਈਨ ਨਹੀਂ ਸੀ ਕੀਤੇ, ਕੇਵਲ ਤੇ ਕੇਵਲ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਉਸ ਤੇ ਸਿਗਨੇਚਰ ਕੀਤੇ ਸੀ। ਇਸ ਗੱਲ ਨੂੰ ਵੀ ਧਿਆਨ ਰੱਖਣਾ ਚਾਹੀਦਾ। ਪ੍ਰਬੋਧ ਕੁਮਾਰ ਦਾ ਤੁਹਾਨੂੰ ਮੈਂ ਹੋਰ ਵੀ ਦੱਸਾਂ, ਪ੍ਰਬੋਧ ਕੁਮਾਰ ਉਹ ਆਫੀਸਰ ਨੇ ਜਿਹੜੇ ਸੰਨ 2018 ਦੇ ਸੰਨ 2019 ਦੇ ਵਿੱਚ ਸੰਨ 2019 ਦੇ ਵਿੱਚ 29 ਜੁਲਾਈ ਨੂੰ ਸੰਨ 2018 ਨੂੰ ਇਹਨਾਂ ਨੇ CBI ਨੂੰ ਇੱਕ ਚਿੱਠੀ ਲਿਖਤੀ ਸੀ ਆਪ ਮੁਹਾਰੇ ਹੋ ਕੇ ਕਿ ਤੁਹਾਨੂੰ ਇਹਨਾਂ ਗੋਲੀकांड ਦੇ ਮਾਮਲਿਆਂ ਦੇ ਵਿੱਚ ਜਿਹੜੀ ਜਾਂਚ ਆ ਉਹ ਜਾਰੀ ਰੱਖਣੀ ਚਾਹੀਦੀ ਆ। ਇਹਦੇ ਵਿੱਚ ਮੈਂ ਤੁਹਾਨੂੰ ਹੋਰ ਗੱਲ ਦੱਸਦਾ, ਇਸ ਤੋਂ ਸਾਲ ਭਰ ਪਹਿਲਾਂ ਸੰਨ 2018 ਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਤੁਹਾਨੂੰ ਯਾਦ ਹੋਣਾ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਆਇਆ ਸੀ ਤੇ ਉਹਨਾਂ ਨੇ ਇਹ ਮਤਾ ਪਾ ਕੇ ਕਿਹਾ ਸੀ ਕਿ ਜਿਹੜੇ CBI ਨੂੰ ਜਾਂਚ ਆ ਉਹ ਵਾਪਸ ਲੈਣੀ ਚਾਹੀਦੀ ਆ। ਸਾਲ ਇੱਕ ਹੋ ਗਿਆ ਸੀ, ਲੇਕਿਨ ਫਿਰ ਵੀ ਪ੍ਰਬੋਧ ਕੁਮਾਰ ਹੁਣੀ CBI ਨੂੰ ਸਿੱਧੀ ਚਿੱਠੀ ਲਿਖ ਦਿੰਦੇ ਆ ਔਰ ਇਸ ਗੱਲ ਦਾ ਪੰਜਾਬ ਕਾਂਗਰਸ ਦੇ ਜਿਹੜੇ ਉਸ ਵਕਤ ਦੇ MLA ਸੀ ਉਹਨਾਂ ਨੇ ਬਹੁਤ ਬੁਰਾ ਮਨਾਇਆ ਸੀ। ਔਰ ਇਸ ਤੋਂ ਬਾਅਦ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦੱਸਦਾ, ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਉਸ ਟਾਈਮ ਕੈਬਨਿਟ ਮਿਨਿਸਟਰ ਸੀ, ਉਹਨਾਂ ਨੇ ਵੀ ਇਸ ਦਾ ਬਹੁਤ ਬੁਰਾ ਮਨਾਇਆ ਸੀ ਕਿ ਪ੍ਰਬੋਧ ਕੁਮਾਰ ਆਪਣੇ ਲੈਵਲ ਤੇ, ਜਦ ਕਿ ਉਹਨਾਂ ਨੂੰ ਪਤਾ ਕਿ ਸਾਡਾ ਕੀ ਸਟੈਂਡ ਆ, ਉਹ ਕਿਸ ਤਰ੍ਹਾਂ ਚਿੱਠੀ ਲਿਖ ਸਕਦੇ ਆ। ਉਸ ਤੋਂ ਬਾਅਦ ਜਿਹੜੇ ਉਸ ਟਾਈਮ ਦੇ ਐਡਵੋਕੇਟ ਜਨਰਲ ਸੀ ਅਤੁਲ ਨੰਦਾ, ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੀ ਡਿਊਟੀ ਲਾਈ ਸੀ ਕਿ ਇਸ ਮਾਮਲੇ ਨੂੰ ਵਾਚੋ ਕਿ ਕਿਸ ਤਰ੍ਹਾਂ ਆਪਾਂ ਇਹਨਾਂ ਚੀਜ਼ਾਂ ਤੋਂ ਹੁਣ ਆਪਾਂ ਜਿਹੜੇ ਆ ਉਹ ਆਪਣਾ ਖਹਿੜਾ ਛਡਾ ਸਕਦੇ ਆ, ਕਿਉਂਕਿ ਸਰਕਾਰ ਬਹੁਤ ਬੁਰੀ ਤਰ੍ਹਾਂ ਫਸ ਗਈ ਸੀ। ਖੈਰ ਬਾਅਦ ਦੇ ਵਿੱਚ ਆਪਾਂ ਨੂੰ ਪਤਾ ਕਿ CBI ਤੋਂ ਇਨਕੁਆਇਰੀ ਵਾਪਸ ਲੈ ਲਈ ਗਈ ਸੀ। CBI ਨੂੰ ਜਿਹੜੀ ਇਨਕੁਆਇਰੀ ਸੀ ਉਹ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਦੇ ਕੇ ਗਈ ਸੀ। ਇਹ ਇੱਕ ਅਲੱਗ ਮਾਮਲਾ, ਇਸ ਉੱਤੇ ਵੀ ਆਪਾਂ ਡਿਸਕਸ ਕਰ ਲਾਂਗੇ। ਦਰਅਸਲ ਹੋ ਕੀ ਰਿਹਾ ਮੈਂ ਤੁਹਾਨੂੰ ਥੋੜਾ ਜਿਹਾ ਦੱਸਦਾ ਕਿ ਜਿਹੜੇ ਭਗਵੰਤ ਮਾਨ ਹੋਣੀ ਆ ਇਹ ਇਨਐਕਸਪੀਰੀਅੰਸ ਆ, ਇਹਨਾਂ ਕੋਲੇ ਹਜੇ ਉਹਨਾਂ ਤਜਰਬਾ ਨਹੀਂ ਹੈ ਐਡਮਿਨਿਸਟ੍ਰੇਸ਼ਨ ਦਾ ਤੇ ਇਹਨਾਂ ਨੂੰ ਅਫਸਰਾਂ ਬਾਰੇ ਪਤਾ ਵੀ ਨਹੀਂ ਆ। ਇੱਕ ਚੀਜ਼ ਇੱਕ ਹੋਰ ਦੱਸਦਾ ਤੁਹਾਨੂੰ ਇਹਦੇ ਵਿੱਚ, ਇਸ ਤੋਂ ਪਹਿਲਾਂ ਕਿ ਅਸੀਂ ਇਸ ਤੇ ਆਈਏ, ਗੁਰਦਿੱਤ ਸਿੰਘ ਸੇਖੋਂ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੇ, ਉਹਨਾਂ ਨੇ ਹੁਣੇ ਇੱਕ ਬਿਆਨ ਦਿੱਤਾ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ। ਉਹਨਾਂ ਨੇ ਕਿਹਾ ਕਿ ਜੇ ਕਿਸੇ ਗਲਤੀ ਨਾਲ ਕਿਸੇ ਅਫਸਰਾਂ ਦੀਆਂ ਪੋਸਟਿੰਗਸ ਹੋ ਗਈਆਂ ਨੇ ਜਾਂ ਅਪਾਇੰਟਮੈਂਟ ਹੋ ਚੁੱਕੀਆਂ ਨੇ ਤੇ ਅਸੀਂ ਉਹਨਾਂ ਨੂੰ ਵਾਪਸ ਲੈਣ ਲਈ ਵੀ ਤਿਆਰ ਆ। ਇੱਥੇ ਤੱਕ ਉਹਨਾਂ ਨੇ, ਅਸੀਂ ਕਹਿੰਦੇ ਕਾਂਗਰਸ ਸਰਕਾਰ ਨਹੀਂ ਆ ਜਾਂ ਅਸੀਂ ਭਾਜਪਾ ਦੀ ਸਰਕਾਰ ਨਹੀਂ ਆ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਹੀਂ ਆ ਕਿ ਆਪਣੀ ਕਿਸੇ ਵੀ ਨਿਰਣੇ ਤੇ ਵਾਜਿਦ ਰਵਾਂਗੇ। ਅਸੀਂ ਜਿੱਦ ਨਹੀਂ ਕਰਾਂਗੇ, ਅਸੀਂ ਉਹਨੂੰ ਜਿਹੜਾ ਹੈ ਚੇਂਜ ਕਰਨ ਲਈ ਤਿਆਰ ਆ। ਮੈਨੂੰ ਲੱਗਦਾ ਅੰਦਰ ਖਾਤੇ ਕਿਤੇ ਨਾ ਕਿਤੇ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਕਿ ਸਾਡੇ ਤੋਂ ਗਲਤੀ ਹੋ ਗਈ ਆ। ਇਹਦੇ ਨਾਲ ਮੈਂ ਇੱਕ ਗੱਲ ਤੁਹਾਨੂੰ ਹੋਰ ਵੀ ਦੱਸ ਦਿੰਦਾ ਕਿ ਤੁਹਾਨੂੰ ਯਾਦ ਹੋਣਾ ਬਠਿੰਡਾ ਤੇ ਅੰਮ੍ਰਿਤਸਰ ਜਿਹੜਾ ਸੀਗਾ ਹਾਈਵੇ, ਉਹ ਥੋੜੇ ਦਿਨ ਪਹਿਲਾਂ ਜਿਹੜਾ ਉੱਥੇ ਸੁਖਰਾਜ ਸਿੰਘ ਬੈਠੇ ਸੀ, ਕ੍ਰਿਸ਼ਨ ਭਗਵਾਨ ਸਿੰਘ ਹੋਣਾ ਦੇ ਮੁੰਡੇ, ਉਹ ਧਰਨੇ ਤੇ ਬੈਠੇ ਸੀ ਤੇ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਸੀ। ਰਾਤੋਂ ਰਾਤ ਉੱਥੇ ਭਗਵੰਤ ਮਾਨ ਹੋਣਾ ਕੋਲੇ ਇੱਕ ਟੀਮ ਭੇਜੀ ਜਾਂਦੀ ਹੈ ਕਿ ਤੁਸੀਂ ਉਹਨਾਂ ਨੂੰ ਉਠਾਓ, 3 ਦਿਨ ਦਾ ਸਮਾਂ ਮੰਗਿਆ ਸੀ। ਅੱਜ ਫੇਰ ਉਹਨਾਂ ਨੇ ਧਰਨਾ ਸ਼ੁਰੂ ਕਰਤਾ। ਤੁਸੀਂ ਟਾਈਮਿੰਗ ਦੇਖੋ ਇਸ ਚੀਜ਼ ਦੀ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੇ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਸੀ ਭਗਵੰਤ ਮਾਨ ਹੋਣਾ ਦਾ ਐਕਸਪੀਰੀਅੰਸ ਘੱਟ ਆ। ਦਰਅਸਲ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਜਿਹੜੇ ਆਫੀਸਰ ਦੇਖੋ ਲਾਏ ਗਏ ਆ, ਜਲੰਧਰ ਦੇ ਵਿੱਚ ਗੁਰਪ੍ਰੀਤ ਸਿੰਘ ਤੂਰ ਨੂੰ ਲਾਇਆ ਗਿਆ, ਉਹਨਾਂ ਦਾ ਰਿਟਾਇਰਮੈਂਟ ਹੋਣ ਦਾ ਸਮਾਂ ਕੇਵਲ 1 ਮਹੀਨਾ 20 ਦਿਨ ਰਹਿ ਗਏ ਆ। 31 ਮਈ ਨੂੰ ਉਹਨਾਂ ਨੇ ਰਿਟਾਇਰ ਹੋ ਜਾਣਾ। ਤੇ ਇਸ ਤਰ੍ਹਾਂ ਦੇ ਅਫਸਰ ਨੂੰ ਜਿਨ੍ਹਾਂ ਦਾ ਸਮਾਂ ਹੀ ਨਾ ਬਚਿਆ ਹੋਵੇ। ਸਲਾਹ ਕੌਣ ਦੇ ਰਿਹਾ ਤੁਹਾਡੇ ਹਿਸਾਬ ਨਾਲ? ਦੇਖੋ ਗੌਰਵ ਯਾਦਵ ਨੇ ਇਹਨਾਂ ਨੇ ਸਲਾਹਕਾਰ ਨਿਯੁਕਤ ਕੀਤਾ ਹੈ। ਗੌਰਵ ਯਾਦਵ IPS ਅਧਿਕਾਰੀ ਨੇ, ਗੌਰਵ ਯਾਦਵ ਕੋਲ ਇੱਕ ਚੰਗਾ ਅਨੁਭਵ ਹੈ। ਇਹ ਸਲਾਹ ਕੌਣ ਦੇ ਰਿਹਾ ਉਹਨਾਂ ਨੂੰ ਵੀ ਇਸ ਤਰ੍ਹਾਂ ਲਾਓ, ਇਹਨੂੰ ਫਲਾਣੀ ਥਾਂ ਤੇ ਲਾਓ, ਫਲਾਣੀ ਥਾਂ ਤੇ ਲਾਓ? ਦੇਖੋ ਜੀ, ਇਸ ਚੀਜ਼ ਦੀ ਸਾਨੂੰ ਜਾਂ ਮੈਨੂੰ ਤਾਂ ਕਿਸੇ ਤਰ੍ਹਾਂ ਦਾ ਕੋਈ ਇਲਮ ਨਹੀਂ ਹੈ ਕਿ ਉਹਨਾਂ ਦੇ ਮੁੱਖ ਸਲਾਹਕਾਰ ਕੌਣ ਆ। ਇੱਕ ਸਾਡਾ ਐਕਸਪੀਰੀਅੰਸ ਹੀ ਹੁੰਦਾ ਕਿ ਇਸ ਤਰ੍ਹਾਂ ਕਰਕੇ ਇਹ ਜਿਹੜੀ ਸਰਕਾਰ ਆ ਇਹਦਾ ਕੰਮ ਕਰਨ ਦਾ ਤੌਰ ਤਰੀਕਾ ਆ ਇਹਦੇ ਸਲਾਹਕਾਰ ਨੇ ਨੇੜੇ ਤੇੜੇ ਦੇ। ਥੋੜਾ ਜਿਹਾ ਹੀ ਸਾਡੇ ਕੋਲ ਜਾਣਕਾਰੀ ਤਾਂ ਹੁੰਦੀ, ਹੋਰ ਵੱਧ ਇਸ ਤੋਂ ਤਾਂ ਕੁਝ ਹੁੰਦਾ ਨਹੀਂ। ਹਜੇ ਤੱਕ ਸਾਨੂੰ ਕਿਸੇ ਦਾ ਉਹਨਾਂ ਦਾ ਕੋਈ ਕੌਣ ਪੋਲੀਟੀਕਲ ਸਲਾਹਕਾਰ ਆ, ਕੌਣ ਉਹਨਾਂ ਦਾ ਮੀਡੀਆ ਸਲਾਹਕਾਰ ਆ, ਕੌਣ ਦਿੰਦਾ? ਅਫਸਰ ਜ਼ਰੂਰ ਉਹਨਾਂ ਨੇ ਤਾਇਨਾਤ ਕਰ ਲਏ ਆ। ਉਹ ਅਫਸਰਾਂ ਨੇ ਤਾਂ ਚਲੋ ਸਲਾਹ ਲੈਣੀ ਆ। ਜੋ ਖਾਸ ਤੌਰ ਤੇ ਪੋਸਟਿੰਗ ਦੇ ਵਿੱਚ ਉਹਨਾਂ ਨੂੰ ਸਲਾਹ ਦੇ ਰਿਹਾ, ਉਹਨਾਂ ਦੀ ਕਿਹੜੀ ਟੀਮ ਹੈ, ਇਸ ਬਾਰੇ ਮੈਨੂੰ ਤਾਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਹੈ ਨਹੀਂ। ਪਰ ਜੋ ਵੀ ਕੋਈ ਉਹਨਾਂ ਨੂੰ ਸਲਾਹ ਦੇ ਰਿਹਾ, ਮੈਨੂੰ ਲੱਗਦਾ ਕਿ ਸ਼ਾਇਦ ਉਹਨਾਂ ਨੂੰ ਖੁਦ ਹੀ ਨਹੀਂ ਪਤਾ
ਕਿ ਕਿਸ ਤਰ੍ਹਾਂ ਦੀ ਅਫਸਰਾਂ ਦੀ ਟੀਮ ਲਾਉਣੀ ਆ, ਕਿਉਂਕਿ ਬਹੁਤ ਦੇਰ ਬਾਅਦ ਇਹ ਪੋਸਟਿੰਗਸ ਕੀਤੀਆਂ ਗਈਆਂ। ਜਿਹੜੇ ਵੀ ਵਿਅਕਤੀ ਉਹਨਾਂ ਦੇ ਨੇੜੇ ਆ, ਕਮ ਸੇ ਕਮ ਉਹਨਾਂ ਨੂੰ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਸੀ ਕਿ ਇਸ ਤਰ੍ਹਾਂ ਦੇ ਫੈਸਲਿਆਂ ਦੇ ਨਾਲ ਉਹਨਾਂ ਤੇ ਪ੍ਰੋਬਲਮ ਆ ਸਕਦੀ ਹੈ। ਹੁਣ ਲੁਧਿਆਣੇ ਦੇ ਕਮਿਸ਼ਨਰ ਲਾਏ ਆ ਕੌਸਤੁਭ ਸ਼ਰਮਾ, ਉਹਨਾਂ ਨੂੰ ਤੁਸੀਂ ਦੇਖੋ ਕਦੇ ਉਹਨਾਂ ਦੀ ਫੀਲਡ ਪੋਸਟਿੰਗ ਨਹੀਂ ਰਹੀ ਅੱਜ ਤੱਕ। ਤੇ ਉਹ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ NCB ਜਿਹੜੀ ਨਾਰਕੋਟਿਕ ਕੰਟਰੋਲ ਬਿਊਰੋ ਆ ਉਹਦੇ ਹੈਡ ਰਹੇ ਆ। ਤੇ ਪੰਜਾਬ ਦੇ ਵਿੱਚ ਤਾਂ ਨਸ਼ਾ ਹੀ ਬਹੁਤ ਆ, ਪੰਜਾਬ ਤੇ ਤਾਂ ਨਸ਼ਾ ਇੱਕ ਬਹੁਤ ਵੱਡਾ ਮੁੱਦਾ। ਕਿਉਂ ਨਹੀਂ ਇਹੋ ਜਿਹੇ ਅਫਸਰਾਂ ਦਾ ਇੱਥੇ ਇਸਤੇਮਾਲ ਕਰ ਲਿਆ ਜਾਂਦਾ, ਉੱਥੇ ਕਿਸੇ ਦੂਸਰੇ ਅਫਸਰਾਂ ਨੂੰ ਲਾ ਦਿੱਤਾ ਜਾਂਦਾ। ਸੋ ਇਹ ਸਾਰਾ ਕੁਝ ਇਨਐਕਸਪੀਰੀਅੰਸ ਆ, ਇੱਥੋਂ ਪਤਾ ਲੱਗਦਾ ਕਿ ਤਜਰਬਾ ਵੀ ਘੱਟ ਆ। ਸੋ ਇਸ ਤਰ੍ਹਾਂ ਦੀ ਚੀਜ਼ਾਂ ਮਦਨਦੀਪ ਜੀ ਅੱਗੇ ਆ ਰਹੀਆਂ। ਮੈਨੂੰ ਲੱਗਦਾ ਇਹ ਜਿਹੜੀ ਆਮ ਆਦਮੀ ਪਾਰਟੀ ਇਸ ਮੁੱਦੇ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਫਸਦੀ ਹੈ, ਕਿਉਂਕਿ ਇਹ ਮੁੱਦਾ ਵਿਰੋਧੀਆਂ ਨੇ ਨਹੀਂ ਖੜਾ ਕੀਤਾ, ਇਹ ਉਹਨਾਂ ਦੇ ਆਪਣੇ ਪਾਰਟੀ ਦੇ ਐਮਐਲਏ ਨੇ ਆਪਣੇ ਕਰ ਰਿਹਾ। ਔਰ ਤੁਸੀਂ ਦੇਖੋ ਜਿਹੜੇ ਐਮਐਲਏ ਆ, ਇਹਨਾਂ ਨੂੰ ਤਾਂ ਕਿਸ ਟਾਈਮ ਇਹ ਕਿਹਾ ਜਾ ਰਿਹਾ ਸੀ ਕਿ ਇਹਨਾਂ ਨੂੰ ਹੋਮ ਮਿਨਿਸਟਰ ਬਣਾਓ, ਤੇ ਉਹਨਾਂ ਲਈ ਤਾਂ ਬੜਾ ਵਧੀਆ ਮੁੱਦਾ ਹੱਥ 'ਚ ਆਇਆ ਜੀ। ਨਾਲੇ ਮਨਪ੍ਰੀਤ ਜੀ ਇੱਕ ਗੱਲ ਹੋਰ ਵੀ ਹੈ ਕਿ ਭਗਵੰਤ ਮਾਨ ਉਹਨਾਂ ਨੇ ਕਿਹਾ ਸੀ ਕਿ ਜੇ ਕੋਈ ਮਾਮਲਾ ਹੋਵੇ ਤਾਂ ਤੁਸੀਂ ਮੇਰੇ ਧਿਆਨ 'ਚ ਸਿੱਧਾ ਲੈ ਕੇ ਆਓ। ਤੁਹਾਨੂੰ ਯਾਦ ਹੋਣਾ ਉਹਨਾਂ ਨੇ ਬਕਾਇਦਾ ਇੱਕ ਭਾਸ਼ਣ ਦਿੱਤਾ ਸੀ, ਸਾਰੇ ਵਿਧਾਇਕ ਇਕੱਠੇ ਕੀਤੇ ਸੀ ਮੋਹਾਲੀ 'ਚ। ਕੁੰਵਰ ਵਿਜੇ ਪ੍ਰਤਾਪ ਉਹਨਾਂ ਵੱਲੋਂ ਪੋਸਟ ਪਾਉਣੀ ਫੇਸਬੁੱਕ ਦੇ ਉੱਪਰ, ਔਰ ਮੁੱਖ ਮੰਤਰੀ ਨੂੰ ਜਾਂ ਤਾਂ ਇਹ ਹੋ ਸਕਦਾ ਕਿ ਉਹਨਾਂ ਨੇ ਯਤਨ ਕੀਤਾ ਹੋਵੇ ਕਿ ਮੁੱਖ ਮੰਤਰੀ ਨੂੰ ਮਿਲ ਕੇ ਉਹਨਾਂ ਦੇ ਧਿਆਨ 'ਚ ਲਿਆਂਦਾ ਜਾਵੇ, ਉਹਨਾਂ ਨੂੰ ਸਮਾਂ ਨਾ ਦਿੱਤਾ ਗਿਆ ਹੋਵੇ ਮੁਲਾਕਾਤ ਦਾ, ਇਸ ਕਰਕੇ ਉਹਨਾਂ ਦੀ ਮਜਬੂਰੀ ਬਣ ਗਈ ਹੋਵੇ। ਵੈਸੇ ਵੀ ਉਹਨਾਂ ਦਾ ਸੁਭਾਅ ਵੀ ਹੈ, ਜੇ ਕਿਤੇ ਸਰਕਾਰ ਮਾੜੀ ਮੋਟੀ ਸੁਣਵਾਈ ਨਹੀਂ ਕਰਦੀ ਤਾਂ ਜਦੋਂ ਉਹ ਇਨਕੁਆਇਰੀ ਕਰ ਰਹੇ ਸੀ ਬੇਅਦਬੀਆਂ ਦੇ ਮਾਮਲੇ ਦੀ, ਉਹ ਛਾਣਬੀਣ ਕਰ ਰਹੇ ਸੀ, ਉਦੋਂ ਸਿੱਧਾ ਮੀਡੀਆ 'ਚ ਚਲੇ ਜਾਂਦੇ ਹੁੰਦੇ ਸੀ। ਇਹ ਜਿਹੜੀ ਫੇਸਬੁੱਕ ਤੇ ਪੋਸਟ ਪਾਈ ਹੈ, ਇਹ ਉਹਨਾਂ ਦੇ ਸੁਭਾਅ ਦਾ ਹਿੱਸਾ ਹੋ ਸਕਦਾ ਹੈ, ਜਾਂ ਫਿਰ ਇਹ ਹੋ ਸਕਦਾ ਹੈ ਕਿ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਗਿਆ, ਮਜਬੂਰ ਹੋ ਕੇ ਉਹਨਾਂ ਨੇ ਪੋਸਟ ਪਾਈ। ਇਹ ਤੁਸੀਂ ਦੇਖੋ, ਤੁਸੀਂ ਕਹਿ ਰਹੇ ਸੀ ਕਿ ਭਗਵੰਤ ਮਾਨ ਹੋਣਾ ਨੂੰ ਸਲਾਹ ਕੌਣ ਦਿੰਦੇ ਨੇ, ਤੇ ਕੀ ਭਗਵੰਤ ਮਾਨ ਹੋਣਾ ਨੇ ਕੁੰਵਰ ਵਿਜੇ ਪ੍ਰਤਾਪ ਜਿਹੜੇ ਉਹਨਾਂ ਦੇ ਅੰਮ੍ਰਿਤਸਰ ਨਾਰਥ ਤੋਂ ਆਪਣੇ ਐਮਐਲਏ ਆ, ਕੀ ਇਹਨਾਂ ਨਾਲ ਸਲਾਹ ਕੀਤੀ ਕਿ ਤੁਸੀਂ ਸਾਨੂੰ ਦੱਸੋ? ਕਦੇ ਇਹਨਾਂ ਨੂੰ ਨੇੜੇ ਬਿਠਾਇਆ ਜਿਹੜਾ ਕਿ ਉਹਨਾਂ ਨੂੰ ਪੋਸਟਾਂ ਪਾਉਣ ਦੀ ਜਿਹੜੀ ਇਹ ਲੋੜ ਪੈ ਗਈ? ਇਹ ਗੱਲ ਦਾ ਜਵਾਬ ਤਾਂ ਤੁਹਾਡੀ ਗੱਲਾਂ ਦੇ ਵਿੱਚ ਹੀ ਨਿਕਲ ਆ ਰਿਹਾ ਕਿ ਇਹਨਾਂ ਨੇ ਕਿਸੇ ਤਰ੍ਹਾਂ ਦੀ ਸਲਾਹ ਹੀ ਨਹੀਂ ਕੀਤੀ ਹੋਣੀ, ਇਸੇ ਕਰਕੇ ਉਹਨਾਂ ਨੂੰ ਪੋਸਟ ਪਾਉਣ ਦੀ ਲੋੜ ਪੈ ਗਈ। ਕਿਉਂਕਿ ਹੋਰ ਜੇ ਤੁਹਾਡੇ ਕੋਲ ਪਾਰਟੀ ਦੇ ਵਿੱਚ ਕਿਸੇ ਤਰ੍ਹਾਂ ਦਾ ਐਕਸਪੀਰੀਅੰਸ ਆ, ਹੁਣ ਤੁਸੀਂ ਦੇਖੋ ਡਾਕਟਰ ਜਿਹੜੇ ਨੇ ਵਿਜੇ ਸਿੰਗਲਾ, ਉਹਨਾਂ ਨੂੰ ਹੈਲਥ ਮਿਨਿਸਟਰ ਬਣਾਇਆ ਗਿਆ ਕਿਉਂਕਿ ਡਾਕਟਰ, ਹਾਲਾਂਕਿ ਉਹ ਡੈਂਟਿਸਟ ਆ। ਇਸੇ ਤਰ੍ਹਾਂ ਪੜ੍ਹੇ ਲਿਖੇ ਬੰਦਿਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ। ਜੇ ਤੁਹਾਡੇ ਕੋਲ ਕੋਈ ਐਮਐਲਏ ਨੇ ਜਿਨ੍ਹਾਂ ਦਾ ਪੁਰਾਣਾ ਐਕਸਪੀਰੀਅੰਸ ਆ, ਔਰ ਉਹ IG ਰੈਂਕ ਤੋਂ ਜਿਹੜੇ ਆ, ਇੱਕ ਤਰ੍ਹਾਂ ਦਾ ਉਹਨਾਂ ਨੇ ਪ੍ਰੀਮੈਚੁਰ ਰਿਟਾਇਰਮੈਂਟ ਚਾਹੇ ਲੈ ਲਈ ਆ, ਲੇਕਿਨ ਇਸ ਦੇ ਬਾਅਦ ਹਜੇ ਵੀ ਉਹਨਾਂ ਦੇ ਜਦੋਂ ਰਿਟਾਇਰ ਹੋਏ ਨੇ ਪਿਛਲੇ ਸਾਲ, ਜਦੋਂ ਉਹਨਾਂ ਨੇ ਪ੍ਰੀਮੈਚੁਰ ਰਿਟਾਇਰਮੈਂਟ ਲਿੱਤੀ ਆ ਜਾਂ ਅਸਤੀਫਾ ਦਿੱਤਾ, ਤੇ 9 ਸਾਲ ਉਹਨਾਂ ਦੇ ਸਰਵਿਸ ਤੇ ਹਜੇ ਪਏ ਸੀ। ਤੇ ਇਹੋ ਜਿਹੇ ਵਿਅਕਤੀਆਂ ਤੋਂ ਤੁਸੀਂ ਸਲਾਹ ਵੀ ਲੈ ਸਕਦੇ ਹੋ, ਪਰ ਮੈਨੂੰ ਲੱਗਦਾ ਕਿ ਭਗਵੰਤ ਮਾਨ ਹੋਣਾ ਨੇ ਕਿਸੇ ਤਰ੍ਹਾਂ ਦੀ ਕੋਈ ਸਲਾਹ ਲਈ ਨਹੀਂ। ਫਿਰ ਆਰਡਰ ਕਿੱਥੋਂ ਆਏ, ਇੱਥੋਂ ਹੀ ਪਤਾ ਲੱਗਦਾ। ਬੜੀ ਮਹੱਤਵਪੂਰਨ ਗੱਲ ਤੁਸੀਂ ਕਹੀ ਹੈ। ਮੇਰੀ ਕਿਸੇ ਬਹੁਤ ਤਜਰਬੇਕਾਰ ਬੰਦੇ ਨਾਲ ਗੱਲ ਹੋ ਰਹੀ ਸੀ, ਵਿਦਵਾਨ ਨੇ ਉਹ ਇਹ ਗੱਲ ਕਹਿ ਰਹੇ ਸੀ ਕਿ ਭਗਵੰਤ ਮਾਨ ਨੂੰ ਜਿਹੜੇ ਉਹਨਾਂ ਦੇ ਬੜੇ ਅਨੁਭਵ ਵਾਲੇ ਜਿਹੜੇ ਐਮਐਲਏ ਆ ਪੁਰਾਣੇ, ਜਾਂ ਪੁਰਾਣੇ ਅਧਿਕਾਰੀ ਜਿਹੜੇ ਉਹਨਾਂ ਨਾਲ ਜੁੜੇ ਹੋਏ ਆ, ਉਹਨਾਂ ਨੂੰ ਨਾ ਰੱਖਣਾ ਚਾਹੀਦਾ, ਉਹਨਾਂ ਨੂੰ ਆਪਣੀ ਕੈਬਨਿਟ ਵਿੱਚ ਲੈਣਾ ਚਾਹੀਦਾ। ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਵੀ ਕੀਤੀ ਸੀ, ਉਹਨਾਂ ਨੇ ਅਰੋੜਾ ਸਾਹਿਬ ਦੀ ਗੱਲ ਵੀ ਕੀਤੀ ਸੀ, ਅਮਨ ਅਰੋੜਾ ਦੀ ਗੱਲ ਵੀ ਕੀਤੀ ਸੀ ਕਿ ਇਸ ਤਰ੍ਹਾਂ ਦੇ ਬੰਦਿਆਂ ਨੂੰ ਨਾਲ ਰੱਖਣਾ ਚਾਹੀਦਾ, ਕੈਬਨਿਟ ਵਿੱਚ ਲੈਣਾ ਚਾਹੀਦਾ। ਉਹਨਾਂ ਕੋਲੇ ਅਨੁਭਵ ਹੈਗੇ ਆ, ਉਹ ਫਾਇਦਾ ਦੇਣਗੇ ਇਹਨਾਂ ਦੀ ਸਰਕਾਰ ਨੂੰ, ਸਹਾਈ ਹੋਣਗੇ ਇਹਨਾਂ ਦੀ ਸਰਕਾਰ ਦੇ ਵਿੱਚ। ਪਰ ਜਿਸ ਤਰ੍ਹਾਂ ਦੇ ਘਟਨਾਵਾਂ ਵਾਪਰ ਰਹੀਆਂ, ਇਹਦੇ ਤੋਂ ਲੱਗਦਾ ਹੈ ਵੀ ਕਿਤੇ ਨਾ ਕਿਤੇ ਭਗਵੰਤ ਮਾਨ ਹੋਣੀ ਕੁਝ ਉਹ ਗਲਤੀਆਂ ਕਰ ਰਹੇ ਆ ਜਿਹੜੀਆਂ ਉਹਨਾਂ ਦੇ ਸਰਕਾਰ ਲਈ ਨੁਕਸਾਨਦੇਹ ਨੇ। ਸੋ ਸਮਾਂ ਹੋ ਗਿਆ ਮਨਪ੍ਰੀਤ ਜੀ, ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਮਨਦੀਪ ਜੀ।